ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਅੱਜ ਆਪਾਂ ਤੁਹਾਡੇ ਲਈ PYQ PSSB ਦੇ ਜੋ PYQ ਸੀਰੀਜ਼ ਆ ਉਹਦਾ 13 ਨੰਬਰ ਪੇਪਰ ਲੈ ਕੇ ਆਏ ਆ। ਇਸ ਤੋਂ ਪਹਿਲਾਂ ਆਪਾਂ ਆਲਰੇਡੀ 12 ਪੇਪਰ ਕਰ ਚੁੱਕੇ ਆ। ਜੇਕਰ ਤੁਸੀਂ ਉਹ ਨਹੀਂ ਦੇਖੇ ਤਾਂ ਪਹਿਲਾਂ ਜਾ ਕੇ ਉਹ ਵੀ ਜ਼ਰੂਰ ਦੇਖ ਲਓ, ਕਿਉਂਕਿ ਇਹਦੇ ਵਿੱਚ ਤੁਹਾਡੇ ਮੋਰ ਦੈਨ 600 ਤਾਂ ਤੁਹਾਡੇ 600 ਤੋਂ ਜ਼ਿਆਦਾ MCQ ਇਹਦੇ ਵਿੱਚ ਕਵਰ ਹੋ ਜਾਣਗੇ। ਸੋ ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰਨਾ, ਕਿਉਂਕਿ ਆਪਾਂ ਜਸਟ MCQ ਰੀਡ ਨਹੀਂ ਕਰ ਰਹੇਗੇ। ਆਪਾਂ ਨਾਲ ਜਿੱਦਾਂ ਕਿ ਇੱਕ MCQ ਹੋ ਗਿਆ, ਉਹਦੇ ਨਾਲ ਜੋ ਵੀ ਇੰਪੋਰਟੈਂਟ ਬਣਦਾ ਵਾ ਨਾਲ ਦੀ ਨਾਲ ਆਪਾਂ ਉਹ ਇੰਪੋਰਟੈਂਟ ਵੀ ਕਰਦੇ ਹਾਂ। ਠੀਕ ਆ ਜੀ, ਜੋ ਵੀ ਫੈਕਟ ਅਗਲੇ ਪੇਪਰਾਂ ਦੇ ਵਿੱਚ ਬਣ ਸਕਦਾ ਜਾਂ ਹੋਰ ਕਿਸੇ ਪੇਪਰ ਦੇ ਵਿੱਚ ਵੀ ਬਣਿਆ ਹੋਇਆ ਵਾ। ਸੋ ਤੁਸੀਂ ਇਹ ਕਲਾਸ ਜ਼ਰੂਰ ਦੇਖਣੀ ਹੈ, ਐਜ਼ ਏ ਮੌਕ ਟੈਸਟ ਲੈਣਾ। ਜਿੰਨੇ ਵੀ ਤੁਹਾਡੇ ਕੁਐਸਚਨ ਹੁੰਦੇ ਹੋਏ ਠੀਕ ਆ, ਜਿਹੜੇ ਨਹੀਂ ਹੁੰਦੇ ਹੋਏ ਤੁਹਾਨੂੰ ਆ ਜਾਣਗੇ ਕਰਦੇ ਹੋਏ। ਬਾਕੀ ਤੁਹਾਨੂੰ ਥਿਊਰੀ ਤਾਂ ਕਰਨੀ ਹੀ ਪੈਣੀ ਆ, ਜਿਹਦਾ ਕੋਰਸ ਆਪਾਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਿਆਂ ਸਬਜੈਕਟਾਂ ਦਾ ਕਰ ਰਹੇ ਹਾਂ। ਹੁਣ ਤੁਸੀਂ ਦੇਖੋਗੇ ਅੱਜ ਵਾਲਾ ਵੀ ਬਹੁਤ ਇੰਪੋਰਟੈਂਟ ਆਪਣਾ ਰਹੇਗਾ। ਠੀਕ ਆ, ਜਿਹੜਾ ਇਹ ਐਗਜ਼ਾਮ ਆ ਤੇ ਇਹਦੇ ਵਿੱਚ ਆਪਣੀ 29 ਤਰੀਕ ਨੂੰ 29 ਅਗਸਤ ਨੂੰ ਸ਼ਿਫਟ 5 ਦੇ ਵਿੱਚ ਇਹ ਹੋਇਆ ਸੀ ਪੇਪਰ। ਤੇ ਇਹਦੇ ਵਿੱਚ ਵੀ ਤੁਸੀਂ ਧਿਆਨ ਨਾਲ ਦੇਖੋਗੇ ਨਾ, ਹੁਣ ਜਿਵੇਂ ਜਿਵੇਂ ਆਪਾਂ ਸਿਲੇਬਸ ਪੂਰਾ ਕਰਦੇ ਜਾ ਰਹੇ ਹਾਂ, ਅਜੇ ਫਿਲਹਾਲ ਆਪਣਾ ਥੋੜਾ ਸਿਲੇਬਸ ਰਹਿੰਦਾ ਵਾ। ਇਹਦੇ ਵਿੱਚ ਵੀ ਤੁਸੀਂ ਦੇਖੋਗੇ ਕਿ 40 ਕੁਐਸਚਨ ਸੀ, 40 ਦੇ ਵਿੱਚੋਂ 27-28 ਕੁਐਸਚਨ ਸਿੱਧੇ ਡਾਇਰੈਕਟ ਮੇਰੇ ਤੁਹਾਡੇ ਕਰਵਾਏ ਹੋਏ ਨੇ। ਇਹ ਪੁਰਾਣੇ ਦੇ ਵਿੱਚੋਂ ਇਸ ਦੇ ਵਿੱਚ ਵੀ ਆਏ ਹੋਏ ਆ, ਬਾਕੀਆਂ ਦੇ ਵਿੱਚ ਵੀ ਆਏ ਹੋਏ ਨੇ, ਇਹਦੇ ਵਿੱਚ ਵੀ 27-28 ਕੁਐਸਚਨ ਆਏ ਹੋਏ ਨੇ। ਚਾਹੇ ਤੁਸੀਂ ਵੈਰੀਫਾਈ ਕਰ ਸਕਦੇ ਹੋ ਜਾ ਕੇ ਆਪਣਾ ਕੰਟੈਂਟ ਦੇਖ ਕੇ, ਜਾਂ PDF ਤੋਂ ਵੀ ਤੁਸੀਂ ਕਰ ਸਕਦੇ ਹੋ, ਜੇਕਰ ਤੁਸੀਂ ਆਪਣੀਆਂ ਸਾਰੀਆਂ ਕਲਾਸਾਂ ਫੋਲੋ ਕੀਤੀਆਂ, ਚਾਹੇ ਥਿਊਰੀ ਆ ਚਾਹੇ MCQ ਆ। ਠੀਕ ਆ, ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦਾ। ਸੋ ਇਹਦੇ ਵਿੱਚ 40 ਕੁਐਸਚਨ ਆਏ ਸੀ। ਪਹਿਲਾ ਕੁਐਸਚਨ, ਹਾਊ ਕੈਨ ਦਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਕੈਨ ਬੀ ਰਿਮੂਵਡ ਫਰੋਮ ਦਾ ਪੋਸਟ। ਮਤਲਬ ਵਾਈਸ ਪ੍ਰੈਜ਼ੀਡੈਂਟ ਆ ਜਿਹੜਾ ਭਾਰਤ ਦਾ ਰਾਸ਼ਟਰਪਤੀ, ਉਹਨੂੰ ਅਹੁਦੇ ਤੋਂ ਕਿਵੇਂ ਹਟਾਇਆ ਜਾ ਸਕਦਾ ਵਾ। ਮੰਨ ਲਓ ਇੰਪੀਚਮੈਂਟ ਚੱਲੂਗੀ ਤਾਂ ਹਟੂਗਾ। ਦਾ ਰਾਜ ਸਭਾ ਪੂਰਨ ਬਹੁਮਤ ਨਾਲ ਮਤਾ ਪਾਸ ਕਰਕੇ ਉਹਨੂੰ ਹਟਾ ਸਕਦੀ ਆ, ਪਰ ਲੋਕ ਸਭਾ ਦੀ ਸਹਿਮਤੀ ਜ਼ਰੂਰੀ ਹੁੰਦੀ ਆ। ਇਹ ਚੀਜ਼ ਆ, ਜਾਂ ਪ੍ਰੈਜ਼ੀਡੈਂਟ ਉਹਨੂੰ ਰਿਮੂਵ ਕਰ ਸਕਦਾ ਵਾਈਸ ਪ੍ਰੈਜ਼ੀਡੈਂਟ ਨੂੰ, ਜਾਂ ਪ੍ਰਾਈਮ ਮਿਨਿਸਟਰ ਆ ਜਿਹੜਾ ਉਹ ਰਿਮੂਵ ਕਰ ਸਕਦਾ। ਸੋ ਆਪਾਂ ਤੁਹਾਨੂੰ 5-7 ਸੈਕਿੰਡ ਦਾ ਹੀ ਟਾਈਮ ਦੇਵਾਂਗੇ, ਜ਼ਿਆਦਾ ਆਪਾਂ ਤੁਹਾਨੂੰ ਟਾਈਮ ਨਹੀਂ ਦੇਣਾਗਾ ਇਹਦੇ ਵਿੱਚ। ਠੀਕ ਆ, ਸੋ ਦੇਖੋ ਜੀ, ਪਹਿਲੀ ਚੀਜ਼ ਤਾਂ ਇਹਦਾ ਆਨਸਰ ਕਿਹੜਾ ਬਣਦਾ। ਇਹਦਾ ਆਨਸਰ ਬਣਦਾ ਜੀ ਸਾਡੇ ਕੋਲੇ ਆਨਸਰ ਨੰਬਰ B ਇਹਦਾ ਬਿਲਕੁਲ ਸਹੀ ਬਣਦਾ ਪਿਆ ਵਾ। ਠੀਕ ਆ, B ਆਨਸਰ ਇਹਦਾ ਸਹੀ ਬਣਦਾ। ਹੁਣ ਦੇਖੋ ਜੀ, ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਆ ਜਿਹੜਾ, ਇਹਨੂੰ ਮਤਲਬ ਇੱਕ ਰੈਜ਼ੋਲੂਸ਼ਨ ਪਾਸ ਕਰਨਾ ਪੈਂਦਾ ਹੁੰਦਾ ਰਾਜ ਸਭਾ ਦੇ ਵਿੱਚ। ਠੀਕ ਆ, ਮਤਾ ਪਾਸ ਕਰਕੇ, ਪਰ ਉਹਦੇ ਲਈ ਵੀ ਆਪਣੀ ਲੋਕ ਸਭਾ ਦੀ ਵੀ ਉਹਦੇ ਲਈ ਸਹਿਮਤੀ ਜ਼ਰੂਰੀ ਹੁੰਦੀ ਆ। ਠੀਕ ਆ, ਸੋ ਇਹ ਮੈਂ ਵਾਈਸ ਪ੍ਰੈਜ਼ੀਡੈਂਟ ਟੌਪਿਕ 'ਚ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ। ਹੁਣ ਇਹਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਨਾਲ ਰਿਲੇਟਡ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ। ਆਰਟੀਕਲ 63 ਨੰਬਰ ਕਹਿੰਦਾ ਵਾ ਕਿ ਹਰੇਕ ਆਪਣਾ ਉਹਦਾ ਵਾਈਸ ਪ੍ਰੈਜ਼ੀਡੈਂਟ ਹੋਣਾ ਚਾਹੀਦਾ ਵਾ ਭਾਰਤ ਦਾ। ਠੀਕ ਆ, ਵਾਈਸ ਪ੍ਰੈਜ਼ੀਡੈਂਟ ਨਾਲ ਸਿੱਧੇ ਤੌਰ ਤੇ ਜਿਹੜਾ ਆਪਣਾ ਹੈਗਾ ਵਾ, ਠੀਕ ਆ, ਆਰਟੀਕਲ ਉਹ 63 ਨੰਬਰ ਆਰਟੀਕਲ ਕਹਿੰਦਾ। ਹੁਣ ਇੱਕ ਆ ਗਿਆ ਜੀ 64 ਨੰਬਰ ਆਰਟੀਕਲ। 64 ਨੰਬਰ ਆਰਟੀਕਲ ਸਾਨੂੰ ਕਹਿੰਦਾ ਵਾ ਜੀ, 64 ਨੰਬਰ ਆਰਟੀਕਲ ਕਹਿੰਦਾ ਵਾ ਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਉਹ ਸਾਡਾ ਐਕਸ ਅਫੀਸ਼ੀਓ ਚੇਅਰਮੈਨ ਹੋਊਗਾ ਰਾਜ ਸਭਾ ਦਾ। ਠੀਕ ਆ ਜੀ, ਰਾਜ ਸਭਾ ਦਾ ਜਿਹੜਾ ਐਕਸ ਅਫੀਸ਼ੀਓ ਚੇਅਰਮੈਨ ਹੁੰਦਾ ਵਾ ਉਹ ਵਾਈਸ ਪ੍ਰੈਜ਼ੀਡੈਂਟ ਹੁੰਦਾ ਆਪਣੇ ਆਪ। ਠੀਕ ਆ, ਸੋ ਅਲੱਗ ਤੋਂ ਨਿਯੁਕਤ ਨਹੀਂ ਹੁੰਦਾਗਾ। ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਉਹੀ ਚੇਅਰਮੈਨ ਹੁੰਦਾ ਰਾਜ ਸਭਾ ਦਾ। ਸੋ ਪੇਪਰ ਦੇ ਵਿੱਚ ਇਹ ਬਣਨ ਵਾਲੇ ਕੁਐਸਚਨ ਨੇ, ਸੋ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ। ਠੀਕ ਆ, ਹੁਣ ਆਪਾਂ 63 ਨੰਬਰ ਆਰਟੀਕਲ ਵੀ ਤੁਹਾਨੂੰ ਕਰਤਾ ਤੇ 64 ਨੰਬਰ ਵੀ। ਸੋ ਦੇਖੋ 3-4 ਕੁਐਸਚਨ ਤੁਹਾਡੇ ਕਵਰ ਹੋ ਗਏ। ਇਦਾਂ ਵਾ ਕਿ ਜੇਕਰ ਤੁਸੀਂ MCQ ਨੂੰ ਇਸ ਤਰ੍ਹਾਂ ਨਾ ਕਰੋਗੇ ਤਾਂ ਤੁਹਾਨੂੰ ਬਹੁਤ ਬੈਨੀਫਿਟ ਹੋਏਗਾ। ਅਗਲਾ ਕੁਐਸਚਨ ਕਰਦੇ ਹਾਂ ਜੀ ਆਪਾਂ। ਨੈਕਸਟ ਆ ਗਿਆ ਜੀ ਸਾਡੇ ਕੋਲੇ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਆਬਜੈਕਟਿਵ। ਮਤਲਬ ਕਿ ਰਾਜਨੀਤੀ ਦੇ ਜਿਹੜੇ ਦਿਸ਼ਾ ਨਿਰਦੇਸ਼ ਆ, DPSP ਦੀ ਗੱਲ ਹੋ ਰਹੀ ਆ ਜੀ, ਉਹਦੇ ਸੰਦਰਭ ਦੇ ਵਿੱਚ ਨਹੀਂ ਆਉਂਦਾ ਵਾ। ਠੀਕ ਆ, ਮਤਲਬ ਇੱਕ ਧਾਰਮਿਕ ਰਾਜ ਸਥਾਪਿਤ ਕਰ ਸਕਦੀ ਹੈ DPSP ਦੇ ਅਕੋਰਡਿੰਗ, ਜਾਨੀ ਇਹਦੇ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਕਿਤੇ ਟੂ ਇਨਸ਼ੋਰ ਏ ਵੈਲਫੇਅਰ ਸਟੇਟ, ਮਤਲਬ ਇੱਕ ਕਲਿਆਣਕਾਰੀ ਰਾਜ ਨੂੰ ਯਕੀਨੀ ਬਣਾਉਣਾ। ਟੂ ਇਨਸ਼ੋਰ ਸੋਸ਼ਲ ਇਕਨੋਮੀ ਜਸਟਿਸ ਹੋ ਗਿਆ। ਟੂ ਇਨਸ਼ੋਰ ਦਾ ਕ੍ਰੀਏਸ਼ਨ ਆਫ ਵਿਲੇਜ ਪੰਚਾਇਤ, ਮਤਲਬ ਕਿ ਪਿੰਡਾਂ ਦੀ ਜਿਹੜੀ ਪੰਚਾਇਤ ਦੀ ਸਿਰਜਣਾ ਨੂੰ ਯਕੀਨੀ ਬਣਾਉਣਾ। ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ DPSP ਕੀਤਾ ਹੋਇਆ। ਦੇਖੋ ਪੇਪਰ ਦੇ ਵਿੱਚ DPSP 'ਚੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ। ਹੁਣ ਦੇਖੋ ਜੀ, ਹੁਣ ਮੈਂ ਤੁਹਾਨੂੰ ਇਹਦਾ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸ ਦਿੰਦਾ ਮੈਂ। ਠੀਕ ਆ, ਸੋ ਦੇਖੋ ਜੀ, ਇਹਦਾ ਪਹਿਲੀ ਗੱਲ ਤਾਂ ਆਨਸਰ ਬਣਦਾ, ਇਹਨਾਂ ਨੇ ਨੋਟ ਪੁੱਛਿਆ। ਇਹ ਵੀ ਚੀਜ਼ ਦਾ ਪੇਪਰ ਦੇ ਵਿੱਚ ਧਿਆਨ ਰੱਖਣਾ ਹੁੰਦਾ ਕਿ ਨੋਟ ਕਿਹੜਾ। ਆਹ 3 ਤਾਂ ਬਿਲਕੁਲ ਸਹੀ ਨੇ, ਆਹ ਗਲਤ ਆ। ਸੋ ਇਹ ਵਾਲੀ ਆਪਸ਼ਨ ਆਪਣੀ ਕਰੈਕਟ ਹੋ ਜਾਏਗੀ। ਠੀਕ ਆ, ਸੋ ਇੱਕ ਧਾਰਮਿਕ ਰਾਜ ਸਥਾਪਿਤ ਨਹੀਂ ਕਰ ਸਕਦਾ ਅਲੱਗ ਤੋਂ, ਸੋ ਇਹ DPSP ਦੇ ਵਿੱਚ ਨਹੀਂ ਦਰਜ ਆ। ਹੁਣ ਜੀ DPSP ਲਈ 4 ਨੰਬਰ ਆਪਣੇ ਪਾਰਟ ਦੇ ਵਿੱਚ ਦਰਜ ਆ, ਇਹ ਆਪਣੇ ਸੰਵਿਧਾਨ ਦੇ 4th ਪਾਰਟ ਦੇ ਵਿੱਚ ਦਰਜ ਆ। ਆਰਟੀਕਲ ਕਿੰਨੇ ਨੇ ਜੀ DPSP ਦੇ? 36 ਤੋਂ ਲੈ ਕੇ 51 ਨੰਬਰ ਤੱਕ ਆਰਟੀਕਲ DPSP ਦੇ ਨਾਲ ਰਿਲੇਟਡ ਆ। ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਬਣਦਾ ਵਾ ਇਹ। ਠੀਕ ਆ, ਸੋ ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰਨੇ ਆ। ਹੁਣ ਦੇਖੋ ਜੀ, ਜਿਹੜੇ ਇਹਦੇ ਆਰਟੀਕਲ ਦੀ ਅਗਰ ਆਪਾਂ ਟੂ ਇਨਸ਼ੋਰ ਦਾ ਕ੍ਰੀਏਸ਼ਨ ਆਫ ਦਾ ਵਿਲੇਜ ਪੰਚਾਇਤ, ਕਈ ਵਾਰ ਡਾਇਰੈਕਟ ਕੁਐਸਚਨ ਦੇ ਵਿੱਚ ਇਹ ਕੁਐਸਚਨ ਬਣਦਾ ਕਿ ਵਿਲੇਜ ਪੰਚਾਇਤ ਨੂੰ, ਪਿੰਡਾਂ ਦੀ ਸਿਰਜਣਾ ਨੂੰ ਯਕੀਨੀ ਬਣਾਉਣ ਦਾ ਆਰਟੀਕਲ ਕਿਹੜਾ। ਇਹ ਆਰਟੀਕਲ ਕਿਹੜਾ ਜੀ? ਆਰਟੀਕਲ 40 DPSP ਦਾ ਆਰਟੀਕਲ 40 ਇਹ ਕਹਿੰਦਾ ਟੂ ਇਨਸ਼ੋਰ ਦਾ ਵੈਲਫੇਅਰ ਸਟੇਟ। ਤਾਂ ਆਪਾਂ ਨੂੰ ਪਤਾ ਹੀ ਆ ਕਿ DPSP ਦੇ ਵਿੱਚ ਹੀ ਇਹ ਚੀਜ਼ ਦਰਜ ਆ। ਠੀਕ ਆ, ਸੋ ਬਹੁਤ ਇੰਪੋਰਟੈਂਟ ਬਣਦਾ ਵਾ ਇਹ ਵਾਲੇ ਕੁਐਸਚਨ। ਅਗਰ ਤੁਸੀਂ ਕਰਦੇ ਰਹੋਗੇ ਤਾਂ ਤੁਹਾਨੂੰ ਮਤਲਬ ਅੱਗੇ ਜਾ ਕੇ ਕੋਈ ਵੀ ਪ੍ਰੋਬਲਮ ਨਹੀਂ ਹੋਏਗੀ। ਸੋ ਟੂ ਇਨਸ਼ੋਰ ਦਾ ਸੋਸ਼ਲ ਐਂਡ ਇਕਨੋਮਿਕ ਜਸਟਿਸ, ਇਹ ਆਰਟੀਕਲ 38 ਦੇ ਵਿੱਚ ਦਰਜ ਆ। ਠੀਕ ਆ, ਸੋ 36 ਤੋਂ 51 ਤੱਕ ਇਹਦੇ ਆਰਟੀਕਲ। ਹੁਣ ਦੇਖੋ ਜੀ, ਥੋੜਾ ਜਿਹਾ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਪੇਪਰ 'ਚ ਕੁਐਸਚਨ ਬਣਦੇ ਨੇ, ਮੈਂ ਇਸੇ ਲਈ ਦੱਸ ਰਿਹਾ। ਦੇਖੋ ਜੀ,
ਡੀਪੀਐਸਪੀ ਨੂੰ ਵੀ ਤਿੰਨ ਤਰ੍ਹਾਂ ਦੇ ਪ੍ਰਿੰਸੀਪਲ ਦੇ ਵਿੱਚ ਡਿਵਾਈਡ ਕੀਤਾ ਹੋਇਆ। ਵੈਸੇ ਆਪਣਾ ਇਹ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ, ਮੈਂ ਵੈਸੇ ਤੁਹਾਨੂੰ ਕਰਵਾ ਰਿਹਾ, ਇੱਕ ਵਾਰੀ ਤੁਹਾਡੀ ਰਿਵੀਜ਼ਨ ਵੀ ਹੋਗੀ। ਇੱਕ ਹੋ ਗਈ ਜੀ ਆਪਣੀ ਸੋਸ਼ਲਿਸਟ ਪ੍ਰਿੰਸੀਪਲ ਹੋ ਗਏ, ਠੀਕ ਆ। ਇੱਕ ਹੋ ਗਏ ਜੀ ਆਪਣੇ ਗਾਂਧੀਅਨ ਪ੍ਰਿੰਸੀਪਲ ਹੋ ਗਏ, ਗਾਂਧੀਅਨ ਪ੍ਰਿੰਸੀਪਲ ਹੋ ਗਏ। ਤੀਜੇ ਆ ਗਏ ਜੀ ਆਪਣੇ ਲਿਬਰਲ ਇੰਟੈਲੈਕਚੁਅਲ ਆਪਣੇ ਪ੍ਰਿੰਸੀਪਲ, ਠੀਕ ਆ। ਸੋ ਇਹ ਤਿੰਨ ਦੇ ਵਿੱਚ ਦਰਜ ਆ। ਕਈ ਵਾਰ ਪੇਪਰ ਦੇ ਵਿੱਚ ਤੁਹਾਨੂੰ ਪੁੱਛਣਗੇ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਚਾਰ ਆਪਸ਼ਨਾਂ ਦੇ ਦੇਣਗੇ, ਉਹ ਫਿਰ ਪੁੱਛਣਗੇ ਕਿ ਇਹਨਾਂ ਚਾਰਾਂ ਦੇ ਵਿੱਚੋਂ ਦੱਸੋ ਜੀ ਆਪਸ਼ਨਾਂ 'ਚੋਂ ਕਿਹੜੀ ਚੀਜ਼ ਆ ਡੀਪੀਐਸਪੀ ਦੇ ਨਾਲ ਤਾਲੁਕਾਤ ਨਹੀਂ ਰੱਖਦੀ, ਠੀਕ ਆ। ਸੋ ਇਹ ਤਿੰਨ ਪ੍ਰਿੰਸੀਪਲ ਹੈ, ਸੋ ਇਹ ਵੀ ਆਪਾਂ ਕਰ ਲਿਆ ਹੋਇਆ ਵਾ। ਹੁਣ ਨੈਕਸਟ ਆ ਗਿਆ ਜੀ ਸਾਡੇ ਕੋਲੇ ਹੂ ਐਲੋਕੇਟ ਦਾ ਸਿੰਬਲ। ਜਿਹੜੇ ਸਿੰਬਲ ਹੁੰਦੇ ਚੋਣਾਂ ਦੇ ਸਮੇਂ ਜਿਹੜੇ ਸਿਆਸੀ ਪਾਰਟੀਆਂ ਨੂੰ ਨਿਸ਼ਾਨ ਚੋਣ ਕੌਣ ਦਿੰਦਾ, ਜਿਵੇਂ ਚੋਣ ਨਿਸ਼ਾਨ ਹਾਥੀ ਹੁੰਦਾ, ਬੈਟ ਹੁੰਦਾ, ਪੰਜਾ ਹੁੰਦਾ, ਤੇ ਆਪਣਾ ਜਿਵੇਂ ਸਪੋਜ਼ ਕਰ ਲਓ ਕਿ ਹੱਥ ਪੰਜਾ ਹੋ ਗਿਆ, ਠੀਕ ਆ, ਤੱਕੜੀ ਹੋ ਗਿਆ, ਜਿੱਦਾਂ ਇਹ ਵਾਲੇ ਜਿਹੜੇ ਮਤਲਬ ਪੋਲੀਟੀਕਲ ਪਾਰਟੀਜ਼ ਨੂੰ ਕੌਣ ਦਿੰਦਾ ਵਾ, ਇਹ ਜਿਹੜਾ ਆਪਣਾ ਸਿਆਸੀ ਪਾਰਟੀ ਨੂੰ ਪੂਰੀ ਨੂੰ ਗੱਲ ਹੋ ਰਹੀ ਆ, ਠੀਕ ਆ ਜੀ। ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਿੰਦਾ ਵਾ, ਠੀਕ ਆ। ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਵਾ। ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਲਈ ਆਰਟੀਕਲ ਕਿੰਨਾ, 324 ਨੰਬਰ ਆਰਟੀਕਲ। ਬਹੁਤ ਜਲਦੀ ਆਪਾਂ ਇਹਦੀ ਇੱਕ ਕਲਾਸ ਲੈ ਕੇ ਆਵਾਂਗੇ ਜਿਹੜੀ ਕਨਸਟੀਟਿਊਸ਼ਨਲ ਬੋਡੀਜ਼ ਦੇ ਵਿੱਚ ਹੋਵੇਗੀ, ਠੀਕ ਆ। ਸੋ ਹੁਣ ਆਪਾਂ ਵੱਧਦੇ ਹਾਂ ਜੀ ਆਪਣੇ ਅਗਲੇ ਸੋ ਉੱਪਰ ਆਪਣਾ ਇੱਕ ਕੁਐਸਚਨ ਰਹਿ ਗਿਆ ਸੀ ਦੋਸਤੋ, ਇਹਨਾਂ ਦੇ ਵਿੱਚੋਂ ਕਿਹੜਾ ਵਾ, 81 ਨੰਬਰ ਕੁਐਸਚਨ ਸੀ ਕਿ ਕਿਹੜਾ ਵਾ ਫੋਲੋਇੰਗ ਜਿਹੜਾ ਲਾਰਜੈਸਟ ਕਿਲਾ ਵਾ, ਭਾਰਤ ਦਾ ਸਭ ਤੋਂ ਵੱਡਾ ਕਿਲਾ ਕਿਹੜਾ, ਗਵਾਲੀਅਰ ਦਾ ਕਿਲਾ ਵਾ, ਰਾਮਗੜ੍ਹ ਦਾ ਕਿਲਾ, ਨਾਲਾਗੜ੍ਹ ਦਾ ਕਿਲਾ ਵਾ, ਜਾਂ ਚਿੱਤੌੜਗੜ੍ਹ ਦਾ ਕਿਲਾ ਵਾ। ਇਹ ਤੋਂ ਹੀ ਦੇਖਣਾ, ਠੀਕ ਹੈ ਜੀ। ਵੈਸੇ ਸਟੈਟਿਕ ਜੀਕੇ ਦੇ ਵਿੱਚ ਆ ਜਾਂਦਾ ਵਾ। ਸੋ ਇਹ ਚਿੱਤੌੜਗੜ੍ਹ ਦਾ ਕਿਲਾ ਵਾ ਜਿਹੜਾ ਕਿ ਆਪਣਾ ਲਾਰਜੈਸਟ ਫੋਰਟ ਆ ਆਪਣਾ ਭਾਰਤ ਦਾ, ਠੀਕ ਆ। ਸੋ ਇਹ ਆਪਣਾ ਜਿਹੜਾ ਕਿਲਾ ਵਾ ਇਹ ਯੂਨੈਸਕੋ ਦੀ ਜਿਹੜੀ ਵਰਲਡ ਹੈਰੀਟੇਜ ਸਾਈਟ ਆ, ਠੀਕ ਆ, ਵਰਲਡ ਹੈਰੀਟੇਜ ਸਾਈਟ ਆ ਜਿਹੜੀ, ਉਹਦੇ ਨਾਲ ਵੀ ਇਹ ਰਿਲੇਟਡ ਆ, ਠੀਕ ਆ। ਸੋ ਕਿੱਥੇ ਰਿਲੇਟਡ ਆ ਇਹ ਚਿੱਤੌੜਗੜ੍ਹ ਦਾ ਕਿਲਾ, ਕਿੱਥੇ ਆ ਆਪਣਾ, ਇਹ ਹੈਗਾ ਜੀ ਰਾਜਸਥਾਨ ਦੇ ਵਿੱਚ, ਠੀਕ ਆ, ਰਾਜਸਥਾਨ ਦੇ ਵਿੱਚ। ਕਈ ਵਾਰ ਇਹ ਵੀ ਕੁਐਸਚਨ ਤੁਹਾਨੂੰ ਪੁੱਛ ਸਕਦੇ ਆ ਕਿ ਇਹ ਵਾਲਾ ਜਿਹੜਾ ਕਿਲਾ ਵਾ ਕਿੱਥੇ ਲੋਕੇਟਡ ਆ। ਸੋ ਇਹ ਵੀ ਆਪਣਾ ਹੋ ਗਿਆ। ਹੁਣ ਆਪਾਂ ਵੱਧਦੇ ਹਾਂ ਜੀ ਆਪਣੇ ਅਗਲੇ ਕੁਐਸਚਨ, ਠੀਕ ਆ। ਸੋ ਬਾਕੀ ਆਪਾਂ 84 ਤੱਕ ਕਰ ਚੁੱਕੇ ਸੀ ਕੁਐਸਚਨ। ਹੁਣ ਭਾਰਤ ਜਿਹੜੇ ਉੱਤਰੀ ਮੈਦਾਨ ਪੁੱਛ ਲਿਆ ਨਾ ਜਿੱਥੇ ਉਹਨਾਂ ਨੇ ਪਲੇਨਸ, ਤਾਂ ਸਿੰਪਲ ਜੀ ਗੱਲ ਆ, ਕਿੱਥੇ ਆਪਣੇ ਜਮ੍ਹਾਂ ਤੋਂ ਬਣਦੇ ਨੇ, ਮਤਲਬ ਕਿਹਦੇ ਤੋਂ ਬਣਦੇ, ਐਲੋਵਿਲ ਤੋਂ ਬਣਦੇ ਨੇ, ਲਾਲ ਮਿੱਟੀ ਤੋਂ ਬਣਦੇ ਨੇ, ਜਾਂ ਮਾਰੂਥਲ ਦੇ ਵਿੱਚ ਬਣਦੇ, ਜਾਂ ਕੋਰਲ। ਸੋ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਐਲੋਵਿਲ ਤੋਂ ਬਣਦੇ ਆ। ਆਪਾਂ ਬਹੁਤ ਚੰਗੀ ਤਰ੍ਹਾਂ ਪੰਜਾਬ ਜੀਕੇ ਦੇ ਵਿੱਚ ਕੀਤਾ ਹੋਇਆ ਵਾ ਇਹ ਵੀ, ਠੀਕ ਆ। ਕੁਐਸਚਨ ਨੈਕਸਟ ਕਰਦੇ ਹਾਂ ਜੀ। ਆ ਵੀ ਮੈਂ ਤੁਹਾਨੂੰ ਬਹੁਤ ਵਾਰ ਕਰਵਾਇਆ ਹੋਇਆ ਜੀ ਕੁਐਸਚਨ। 86 ਨੰਬਰ ਕੁਐਸਚਨ ਆ। ਇਹਨਾਂ ਦੇ ਵਿੱਚੋਂ ਕਿਹੜੀ ਅਮੈਂਡਮੈਂਟ ਆ, ਉਹ ਕਹਿੰਦੇ ਕਿਹੜੀ ਸੋਧ ਆ ਜਿਹਦੇ ਵਿੱਚ ਕਿ ਲੋਕ ਸਭਾ ਲਈ ਜਿਹੜੀ ਚੋਣਾਂ ਦੀ ਉਮਰ ਸੀ, ਪਹਿਲਾਂ ਚੋਣਾਂ ਦੀ ਜਿਹੜੀ ਉਮਰ ਸੀ 21 ਸਾਲ ਤੱਕ ਦਾ ਤੋਂ ਘੱਟ ਦਾ ਜਿਹੜਾ ਆਪਣਾ ਸੀਗਾ ਵਿਅਕਤੀ, ਠੀਕ ਆ, ਅਡਲਟ, ਉਹ ਵੋਟ ਨਹੀਂ ਪਾ ਸਕਦਾ ਸੀ, ਠੀਕ ਆ। ਫਿਰ ਉਸ ਤੋਂ ਬਾਅਦ ਕਿਹੜੀ ਅਮੈਂਡਮੈਂਟ ਪੁੱਛੀ ਆ ਕਿ ਕਿਹੜੀ ਦੇ ਵਿੱਚ ਉਹਨਾਂ ਨੇ ਘਟਾ ਕੇ 18 ਕਰਤੀ ਸੀ, ਠੀਕ ਆ। ਸੋ 21 ਤੋਂ 18, ਠੀਕ ਆ ਜੀ। 42ਵੀਂ 71ਵੀਂ 61ਵੀਂ ਜਾਂ 74ਵੀਂ, ਇਹ ਵੀ ਮੇਰਾ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ, ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੁੰਦਾ। ਸੋ ਇਹਦਾ ਸੀ ਆਨਸਰ ਸਹੀ ਬਣਦਾ ਜੀ 61ਵੀਂ ਅਮੈਂਡਮੈਂਟ ਵਾ, ਠੀਕ ਆ ਜੀ। ਇਹ 1999 ਦੇ ਵਿੱਚ ਲਾਗੂ ਹੋਈ ਸੀ। ਵੈਸੇ 61st ਅਮੈਂਡਮੈਂਟ 1988 ਵੈਸੇ ਉਹਨੂੰ ਕਹਿ ਦਿੰਦੇ ਆ, ਠੀਕ ਆ ਜੀ। ਨੈਕਸਟ ਆਪਾਂ ਕਰਦੇ ਹਾਂ। ਸੋ ਨੈਕਸਟ ਆ ਗਿਆ ਜੀ ਸਾਡੇ ਕੋਲੇ, ਇਹਨਾਂ ਦੇ ਵਿੱਚੋਂ ਦੱਸੋ ਜੀ, ਉਹਨਾਂ ਨੇ ਪੁੱਛ ਲਿਆ ਹੋਇਆ ਵਾ ਕਿ ਹੂ ਅਮੰਗ ਦਾ ਫੋਲੋਇੰਗ ਵਨ, ਇਹਨਾਂ ਦੇ ਵਿੱਚੋਂ ਕਾਮਨਵੈਲਥ ਦੇ ਵਿੱਚੋਂ ਪਹਿਲੀ ਵਾਰ ਕੋਈ ਵੀ ਤਗਮਾ ਕਿਹਨੇ ਜਿੱਤਿਆ, ਰਾਸ਼ਿਦ ਅਨਵਰ, ਮਿਲਖਾ ਸਿੰਘ, ਪੀਟੀ ਊਸ਼ਾ ਜਾਂ ਪੀਵੀ ਸੰਧੂ। ਸੋ ਗੇਮਸ ਦੇ ਵਿੱਚ ਸਪੋਰਟਸ ਦੀ ਜਦੋਂ ਆਪਾਂ ਸਟ੍ਰੈਟੇਜੀ ਕੀ ਕਰਾਂਗੇ ਉਹਦੇ ਵਿੱਚ ਆਪਾਂ ਇਹ ਬਹੁਤ ਚੰਗੀ ਤਰ੍ਹਾਂ ਕਰ ਲਾਂਗੇ ਜੀ। ਸੋ ਬਿਲਕੁਲ ਸਹੀ ਜੀ, ਇਹਦਾ ਰਾਸ਼ਿਦ ਅਨਵਰ ਨੇ ਜਿੱਤਿਆ ਸੀ। ਹੁਣ ਜੇਕਰ ਆਪਾਂ ਮਿਲਖਾ ਸਿੰਘ ਬਾਰੇ ਪੁੱਛੇ, ਠੀਕ ਆ, ਮਿਲਖਾ ਸਿੰਘ ਬਾਰੇ ਵੀ ਪੁੱਛਦੇ ਨੇ। ਪਹਿਲਾ 골ਡ ਕਾਮਨਵੈਲਥ ਗੇਮਸ ਦੇ ਵਿੱਚ ਇਹਨਾਂ ਨੇ ਕਿਹੜਾ ਮੈਡਲ ਜਿੱਤਿਆ ਸੀ, ਇਹਨਾਂ ਨੇ ਜੀ ਬ੍ਰੋਂਜ ਜਿੱਤਿਆ ਸੀ। ਇਹ ਰੈਸਲਰ ਸੀਗੇ, ਠੀਕ ਆ ਜੀ। ਸੋ ਇਹ ਰੈਸਲਰ ਸੀ, ਇਹਨਾਂ ਨੇ ਬ੍ਰੋਂਜ ਮੈਡਲ ਜਿੱਤਿਆ ਸੀ ਉਸ ਟਾਈਮ ਦੇ ਉੱਤੇ 1934 ਈਸਵੀ 'ਚ ਜਿੱਤਿਆ ਸੀ, ਠੀਕ ਆ। ਪਹਿਲੀ ਚੀਜ਼ ਤਾਂ ਇਹ ਥੋੜੀ ਕਵਰ ਹੋ ਗਈ। ਹੁਣ ਆਪਾਂ ਕਰਦੇ ਹਾਂ ਮਿਲਖਾ ਸਿੰਘ ਬਾਰੇ। ਮਿਲਖਾ ਸਿੰਘ ਨੇ ਫਸਟ 골ਡ ਜਿੱਤਿਆ ਸੀ ਕਾਮਨਵੈਲਥ ਗੇਮ 'ਚ। ਫਸਟ 골ਡ ਇੰਡੀਆ ਵੱਲੋਂ ਕਿਹਨੇ ਜਿੱਤਿਆ ਸੀ, ਆਪਣੇ ਮਿਲਖਾ ਸਿੰਘ ਜੀ ਨੇ, ਠੀਕ ਹੈ। ਕਿਹੜੀ ਰੇਸ ਹੋਈ ਸੀ ਇਹ 440 ਮੀਟਰ ਦੀ ਆਪਣੀ ਰੇਸ, 440 ਯਾਰਡਸ ਦੀ ਰੇਡ ਆਪਣੀ ਸੀਗੀ, 440 ਯਾਰਡ ਦੀ ਆਪਣੀ ਰੇਸ ਦੇ ਵਿੱਚ ਹੋਇਆ ਸੀ। ਕਿੱਥੇ ਹੋਇਆ ਸੀ ਇਹ, ਕਾਰਡਿਫ ਦੇ ਵਿੱਚ ਹੋਇਆ ਸੀ, ਠੀਕ ਆ। ਕਾਰਡਿਫ ਦੇ ਵਿੱਚ ਇਹ ਗੇਮਸ ਹੋਈਆਂ ਸੀ ਕਾਮਨਵੈਲਥ। ਨੈਕਸਟ ਕਰਦੇ ਹਾਂ ਜੀ। ਆ ਵੀ ਮੇਰਾ ਤੁਹਾਨੂੰ ਕੁਐਸਚਨ ਕਰਵਾਇਆ ਹੋਇਆ, ਜਿਹੜਾ ਫੈਡਰਲ ਕੋਰਟ ਆਫ ਇੰਡੀਆ ਕਿੱਥੇ ਲੋਕੇਟਡ ਆ, ਠੀਕ ਆ ਜੀ। ਤੁਸੀਂ ਕੀਤਾ ਹੋਏਗਾ ਸੁਪਰੀਮ ਕੋਰਟ ਟੌਪਿਕ ਦੇ ਵਿੱਚ, ਮੇਰਾ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ। ਸੋ ਇਹ ਕਿੱਥੇ ਉਦਘਾਟਨ ਕੀਤਾ ਗਿਆ ਸੀ ਇਹਦਾ, ਆਪਣਾ ਕਿਹੜੇ ਸਾਲ ਉਦਘਾਟਨ ਕੀਤਾ ਸੀ, 1937 'ਚ, 34 'ਚ, ਜਾਂ 36 'ਚ, ਜਾਂ 33 'ਚ। ਬ੍ਰਿਟਿਸ਼ ਟਾਈਮ ਦੀ ਗੱਲ ਹੋ ਰਹੀ ਹੈ ਜੀ ਇਹ ਆਪਣੀ ਫੈਡਰਲ ਕੋਰਟ ਦੀ। ਬਿਲਕੁਲ ਸਹੀ ਜੀ। ਇਹ ਪੀਪੀਐਸਸੀ ਦੇ ਨਾਇਬ ਤਹਿਸੀਲਦਾਰ ਦੇ ਵਿੱਚ ਵੀ ਇਹ ਕੁਐਸਚਨ ਆਇਆ ਹੋਇਆ ਵਾ ਹੁਣੇ ਰੀਸੈਂਟਲੀ। 1937 ਦੇ ਵਿੱਚ ਇਹਦਾ ਉਦਘਾਟਨ ਕੀਤਾ ਸੀ। ਜੇਕਰ ਆਪਾਂ ਇਹਦੀ ਗੱਲ ਕਰੀਏ ਆਪਣੀ ਫੈਡਰਲ ਕੋਰਟ ਆਫ ਇੰਡੀਆ, ਠੀਕ ਹੈ, ਉਸ ਟਾਈਮ ਦੇ ਉੱਤੇ ਜਦੋਂ ਬ੍ਰਿਟਿਸ਼ਰ ਸੀਗੇ, ਠੀਕ ਹੈ, ਉਦੋਂ ਇਹ ਆਪਣੀ ਸੀਗੀ। ਉਸ ਤੋਂ ਬਾਅਦ 1950 ਦੇ ਵਿੱਚ ਨਾ ਜਿੰਨਾ ਟਾਈਮ ਆਪਣੀ ਸੁਪਰੀਮ ਕੋਰਟ ਨਹੀਂ ਸੀ ਐਸਟੈਬਲਿਸ਼ ਹੋਈ, ਠੀਕ ਹੈ, ਸੁਪਰੀਮ ਕੋਰਟ ਐਸਟੈਬਲਿਸ਼ ਹੋਈ ਸੀ, ਸੁਪਰੀਮ ਕੋਰਟ ਫੰਕਸ਼ਨ ਨਹੀਂ ਸੀ ਕਰਨ ਗਈ, ਉਹਨਾਂ ਟਾਈਮ ਇਹੀ ਕੋਰਟ ਚੱਲਦੀ ਰਹੀ ਸੀ, ਠੀਕ ਆ। ਸੋ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ। ਇੱਕ ਹੋਰ ਕੁਐਸਚਨ ਬਣਦਾ ਕਿ ਜਿਹੜੀ ਇਹ ਫੈਡਰਲ ਕੋਰਟ ਆਫ ਇੰਡੀਆ, ਇਹ ਆਪਣੇ ਕਿਹੜੇ ਗਵਰਨਮੈਂਟ ਆਫ ਇੰਡੀਆ ਦੇ ਤਹਿਤ ਇਹਨੂੰ ਸਟਾਰਟ ਕੀਤਾ ਸੀ, ਠੀਕ ਆ। ਸੋ ਕਿਹੜਾ ਐਕਟ ਸੀ, ਗਵਰਨਮੈਂਟ ਆਫ ਇੰਡੀਆ ਐਕਟ 1935। ਪੀਪੀਐਸਸੀ ਨਾਇਬ ਤਹਿਸੀਲਦਾਰ ਦੇ ਵਿੱਚ ਉਹਨਾਂ ਨੇ ਇਹ ਕੁਐਸਚਨ ਪੁੱਛਿਆ ਹੋਇਆ ਸੀ, ਠੀਕ ਆ ਜੀ। ਹੁਣ ਤੁਹਾਡੇ 3 ਕੁਐਸਚਨ ਹੋ ਗਏ, ਠੀਕ ਆ। ਇਹਨਾਂ ਦੇ ਵਿੱਚੋਂ ਕੌਣ ਆ ਜਿਹਨੂੰ ਫਾਦਰ ਆਫ ਦਾ ਲੋਕ ਸਭਾ ਕਿਹਾ ਹੋਇਆ, ਕਰਵਾਇਆ ਹੋਇਆ ਜੀ ਮੇਰਾ ਬਹੁਤ ਵਾਰੀ ਤੁਹਾਨੂੰ।
GB ਮਾਵਲਕਰ, PA ਸੰਗਵਾ, ਓਮ ਬਿਰਲਾ ਜਾਂ GS ਢਿੱਲੋਂ। ਸੋ ਬਹੁਤ ਸੌਖੇ ਕੁਐਸਚਨ ਆਏ ਹੋਏ ਨੇ ਤੁਹਾਨੂੰ ਅਗਰ ਤੁਸੀਂ ਧਿਆਨ ਨਾਲ ਦੇਖੋ। ਸੋ GB ਮਾਵਲਕਰ ਨੇ, ਠੀਕ ਆ, ਇਹਨਾਂ ਨੂੰ ਆਪਣੇ ਫਾਦਰ ਆਫ ਦਾ ਲੋਕ ਸਭਾ ਕਿਹਾ ਜਾਂਦਾ। ਅਗਰ ਆਪਾਂ ਗੱਲ ਕਰੀਏ ਇਹ GB ਮਾਵਲਕਰ ਜਿਹੜੇ ਸੀ ਇਹ ਫਸਟ ਸਪੀਕਰ ਸੀਗੇ ਲੋਕ ਸਭਾ ਦੇ, ਫਸਟ ਸਪੀਕਰ ਸੀਗੇ ਇਹ ਜੀ ਲੋਕ ਸਭਾ ਦੇ। ਪਹਿਲਾ ਕੁਐਸਚਨ ਤੁਹਾਡਾ ਇਹ ਕਵਰ ਹੋ ਗਿਆ, 2 ਕੁਐਸਚਨ ਕਵਰ ਹੋ ਗਏ। ਪੇਪਰ ਦੇ ਵਿੱਚ ਕਈ ਵਾਰ ਆਉਂਦਾ ਕਿ GB ਮਾਵਲਕਰ ਨੂੰ ਕਿਹਦੇ ਨਾਮ ਨਾਲ ਜਾਣਿਆ ਜਾਂਦਾ? ਦਾਦਾ ਸਾਹਿਬ ਕਹਿੰਦੇ ਹੁੰਦੇ ਸੀ, ਠੀਕ ਆ ਜੀ। ਇਹਨੂੰ ਕੀ ਕਿਹਾ ਜਾਂਦਾ ਸੀ? ਇਹਨੂੰ ਦਾਦਾ ਸਾਹਿਬ ਕਿਹਾ ਜਾਂਦਾ ਸੀ, ਠੀਕ ਹੈ ਜੀ। ਕੁਐਸਚਨ ਦੇਖੋ ਜੀ 3 ਕਵਰ ਹੋ ਗਏ ਤੁਹਾਡੇ ਇਹਦੇ 'ਚ। ਨੈਕਸਟ ਕਰਦੇ ਹਾਂ ਜੀ। ਸੋ MCQ ਦਾ ਮਤਲਬ ਇਹੀ ਹੁੰਦਾ ਵਾ ਕਿ MCQ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਬੋਲਤਾ ਤੇ ਤੁਸੀਂ ਖੁਦ ਵੀ ਪੜ੍ਹ ਸਕਦੇ ਹੋ। ਉਹਦੇ ਲਈ ਤਾਂ ਤੁਹਾਨੂੰ ਕੋਈ ਖਾਸ ਪਰੇਸ਼ਾਨੀ ਨਹੀਂ ਹੋਏਗੀ, ਪੇਪਰ ਤੁਹਾਡੇ ਕੋਲ ਸਾਰੇ ਪਏ ਨਹੀਂ ਹੁੰਦੇ ਨੇ, ਤੁਸੀਂ ਆਰਾਮ ਨਾਲ ਪੜ੍ਹ ਸਕਦੇ ਹੋ। ਪਰ ਇਹਦੇ ਨਾਲ ਇੱਕ ਤਾਂ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪਏਗੀ ਤੇ ਨਾਲ ਦੀ ਨਾਲ ਚੀਜ਼ਾਂ ਤੁਸੀਂ ਗ੍ਰੈਬ ਕਰਦੇ ਰਹੋਗੇ ਤੇ ਇੱਕ ਤੁਹਾਡਾ MCQ ਟੈਸਟ ਵੀ ਹੋ ਰਿਹਾ। ਬਹੁਤ ਫਾਇਦਾ ਇਹ ਜ਼ਰੂਰ ਲਗਾਇਆ ਕਰੋ ਜਿਹੜੇ MCQ, ਚਾਹੇ ਕਿਸੇ ਵੀ ਇੰਸਟੀਟਿਊਟ ਦੇ ਹੁੰਦੇ ਨੇ, ਕਿਸੇ ਵੀ ਚੈਨਲ ਦੇ ਉੱਤੇ ਤੁਸੀਂ ਲਾਉਣੇ ਨੇ, ਜਿਹੜੇ MCQ ਸੈਸ਼ਨ ਹੁੰਦਾ ਉਹ ਵੀ ਜ਼ਰੂਰ ਲਾਇਆ ਕਰੋ। ਪਰ ਲਾਉਣਾ ਉਹ ਤਾਂ ਵਾ ਜੇਕਰ ਤੁਹਾਡੀ ਪਹਿਲਾਂ ਥਿਊਰੀ ਕੀਤੀ ਹੋਈ ਆ। ਜੇਕਰ ਤੁਹਾਡੀ ਪਹਿਲਾਂ ਥਿਊਰੀ ਨਹੀਂ ਕੀਤੀ ਹੋਈ, ਫਿਰ ਜੇਕਰ ਤੁਸੀਂ ਸਿੱਧਾ ਡਾਇਰੈਕਟ ਹੀ ਕਰਦੇ ਹੋ, ਫਿਰ ਇਹਦਾ ਕੋਈ ਵੀ ਬੈਨੀਫਿਟ ਨਹੀਂ ਹੋਣਾਗਾ ਤੁਹਾਨੂੰ, ਠੀਕ ਹੈ ਜੀ। ਦਾ ਵਰਲਡ ਪੰਜਾਬ, ਪੰਜਾਬ ਸ਼ਬਦ ਜੀ ਕਿਹੜੀ ਭਾਸ਼ਾ ਦੇ ਵਿੱਚੋਂ ਉਤਪੰਨ ਹੋਇਆ? ਕਰਾਇਆ ਹੋਇਆ ਜੀ ਮੇਰਾ ਤੁਹਾਨੂੰ ਪੰਜਾਬ GK 'ਚ, ਹਿੰਦੀ, ਪਰਸ਼ੀਅਨ, ਉਰਦੂ ਜਾਂ ਸੰਸਕ੍ਰਿਤ। ਸੋ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਵੈਸੇ ਹੀ ਪਤਾ ਹੋਏਗਾ ਜੀ। ਪਰਸ਼ੀਅਨ, ਫਾਰਸੀ ਲੈਂਗੁਏਜ ਤੋਂ ਪੰਜਾਬ ਸ਼ਬਦ ਉਤਪੰਨ ਹੋਇਆ ਸੀ ਜੀ। ਹੁਣ 91 ਨੰਬਰ ਕੁਐਸਚਨ ਆ ਗਿਆ ਜੀ। 91 ਨੰਬਰ ਕੁਐਸਚਨ ਦੇ ਵਿੱਚ ਉਹਨਾਂ ਨੇ ਪੁੱਛ ਲਿਆ ਹੋਇਆ ਵਾ ਜੀ, ਇਹਨਾਂ ਦੇ ਵਿੱਚੋਂ ਕਿਹੜੀ ਆ ਜਿਹੜੀ ਕਿ ਐਲੀਜੀਬਿਲਟੀ ਨਹੀਂ ਗੀ ਇਲੈਕਸ਼ਨ ਲੜਨ ਲਈ ਲੋਕ ਸਭਾ। ਲੋਕ ਸਭਾ ਟੌਪਿਕ 'ਚ ਮੇਰਾ ਕਰਵਾਇਆ ਹੋਇਆ। ਜਿਹੜੀ ਚੀਜ਼ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਕਿ ਮੇਰੀ ਕਰਵਾਈ ਹੋਈ ਆ, ਇਹਦਾ ਮਤਲਬ ਉਹ ਮੇਰੀ ਕਰਵਾਈ ਹੋਈ ਆ, ਤੁਹਾਨੂੰ ਆਲਰੇਡੀ ਪੂਰੀ ਡਿਟੇਲ 'ਚ ਕਰਵਾਈ ਹੋਈ ਆ। ਪਰਸਨ ਆ ਜਿਹੜਾ ਆਪਣਾ ਵਿਅਕਤੀ ਭਾਰਤੀ ਨਾਗਰਿਕ ਹੋਣਾ ਚਾਹੀਦਾ ਵਾ। ਜਿਹੜਾ ਪਰਸਨ ਆ ਲੋਕ ਸਭਾ ਦਾ ਮੈਂਬਰ ਬਣ ਲਈ ਉਹਦੀ ਉਮਰ ਮਤਲਬ 21 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਜੀ, ਸਾਲ ਤੋਂ ਉੱਪਰ ਨਹੀਂ ਹੋਣੀ ਚਾਹੀਦੀ। ਪਰਸਨ ਸ਼ੁੱਡ ਨਾਟ ਹੋਲਡ ਐਨੀ ਆਫਿਸ ਆਫ ਪ੍ਰੋਫਿਟ, ਠੀਕ ਆ ਜੀ। ਪਰਸਨ ਸ਼ੁੱਡ ਨਾਟ ਬੀ ਬੈਂਕਰਪਟ। ਦੱਸੋ ਜੀ, ਉੱਪਰ ਹੋਣੀ ਚਾਹੀਦੀ ਆ, ਠੀਕ ਹੈ ਜੀ। ਹੋਣੀ ਨਹੀਂ ਹੋਣੀ ਚਾਹੀਦੀ ਆ, ਠੀਕ ਹੈ ਜੀ। ਸੋ ਦੱਸੋ ਜੀ। ਸੋ ਇਹ ਤਾਂ ਬਹੁਤ ਸੌਖਾ ਕੁਐਸਚਨ ਹੈ, ਇਹ ਤਾਂ ਵੈਸੇ ਵੀ ਤੁਹਾਨੂੰ ਅਗਰ ਤੁਸੀਂ ਕੀਤਾ ਨਹੀਂ ਵੀ ਕੀਤਾ ਹੋਇਆ ਤਾਂ ਵੀ ਤੁਹਾਨੂੰ ਪਤਾ ਵਾ। ਦੇਖੋ ਜੀ, ਪਰਸਨ ਹਰੇਕ ਦੇ ਵਿੱਚ ਇਹ ਹੁੰਦਾ ਹੀ ਹੈ, ਪਰਸਨ ਆਪਣਾ ਇੰਡੀਅਨ ਸਿਟੀਜ਼ਨ ਹੋ ਜਾਣਾ ਚਾਹੀਦਾ, ਹੋਲਡ ਨਹੀਂ ਕਰਨਾ ਚਾਹੀਦਾ ਉਹਨੂੰ ਕੋਈ ਆਫਿਸ ਆਫ ਪ੍ਰੋਫਿਟ। ਪਰਸਨ ਬੈਂਕਰਪਟ ਨਹੀਂ ਹੋਣਾ ਚਾਹੀਦਾ, ਇਹ ਤਾਂ ਹੋਊਗਾ ਹੀ। ਸੋ ਆਹ ਵਾਲਾ ਵਾ ਜਿਹੜਾ ਆਹ ਵਾਲੀ ਆਪਸ਼ਨ ਆਪਣੀ ਬਣਦੀ ਹੈ, ਇਹ ਐਲੀਜੀਬਿਲਟੀ ਨਹੀਂ ਹੁੰਦੀ। ਇਹਦੀ ਥਾਂ ਤੇ ਕਿਹੜੀ ਐਲੀਜੀਬਿਲਟੀ ਹੁੰਦੀ ਆ? 25 ਸਾਲ ਉਮਰ ਨਿਰਧਾਰਿਤ ਕੀਤੀ ਹੋਈ ਆ, ਠੀਕ ਆ। 25 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋਣਾ ਚਾਹੀਦਾ, ਇਸ ਤੋਂ ਘੱਟ ਉਮਰ ਨਹੀਂ ਹੋਣੀ ਚਾਹੀਦੀ ਜੇਕਰ ਕਿਸੇ ਨੇ ਵੀ ਲੋਕ ਸਭਾ ਦਾ ਮੈਂਬਰ ਬਣਨਾ। ਹੁਣ ਦੇਖੋ ਜੀ, ਇਹਦੇ ਵਿੱਚ ਹੁਣ ਆਪਾਂ ਹੋਰ ਕਿਹੜੀ ਚੀਜ਼ ਆਪਾਂ ਕਰ ਸਕਦੇ ਹਾਂ ਕਿ ਇਹਦੇ ਲਈ ਨੈਕਸਟ ਦੇਖੋ ਜੀ। ਹੁਣ ਇਹ ਤਾਂ ਗੱਲ ਸੀਗੀ ਲੋਕ ਸਭਾ ਦੀ। ਹੁਣ ਮੈਂ ਤੁਹਾਨੂੰ ਥੋੜਾ ਜਿਹਾ ਰਾਜ ਸਭਾ ਦਾ ਦੱਸਦਾ, ਪੇਪਰ 'ਚ ਕੁਐਸਚਨ ਬਣਦੇ ਨੇ, ਮੈਂ ਤਾਂ ਹੀ ਮੈਂ ਨਾਲ ਦੀ ਨਾਲ ਕਰਵਾ ਰਿਹਾ ਹਾਂ। 30 ਸਾਲ ਉਮਰ, 30 ਸਾਲ ਉਮਰ ਰੱਖੀ ਗਈ ਆ ਰਾਜ ਸਭਾ ਦਾ ਮੈਂਬਰ ਬਣਨ ਲਈ। ਘੱਟ ਤੋਂ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਆ? 30 ਸਾਲ ਉਮਰ। ਹੁਣ ਨੈਕਸਟ ਜੇਕਰ ਆਪਾਂ ਨੂੰ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਦੀ ਪੁੱਛ ਲਵੇ, ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ, ਸੈਂਟਰ ਦੀ ਗੱਲ ਕਰ ਰਿਹਾ, ਜ਼ਿਆਦਾ ਨਹੀਂ ਮੈਂ ਤੁਹਾਨੂੰ ਦੱਸੂਗਾ। ਸੋ ਇਹਨਾਂ ਦੀ ਦੋਨਾਂ ਦੀ ਹੀ ਘੱਟ ਤੋਂ ਘੱਟ ਉਮਰ 35 ਸਾਲ ਹੋਣੀ ਚਾਹੀਦੀ ਆ, ਇਸ ਤੋਂ ਘੱਟ ਨਹੀਂ ਹੋਣੀ ਚਾਹੀਦੀ, ਠੀਕ ਆ। 35 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਆ। ਨੈਕਸਟ ਕਰਦੇ ਹਾਂ ਜੀ ਆਪਾਂ। ਆ ਵੀ ਮੇਰਾ ਤੁਹਾਨੂੰ ਕੁਐਸਚਨ ਕਰਾਇਆ। ਇਹਨਾਂ ਦੇ ਵਿੱਚ ਕੌਣ ਆ ਜਿਹਨੇ ਫਸਟ ਇੰਡੀਅਨ ਜਿਹਨੇ ਜੁਆਇਨ ਕੀਤੀ ਸੀ ਸਿਵਲ ਸਰਵਿਸਿਜ਼ 1863? ਸਟੈਟਿਕ GK ਦੀ 1 ਨੰਬਰ ਕਲਾਸ 'ਚ ਤੁਹਾਨੂੰ ਇਹ ਮਿਲ ਜਾਏਗਾ, ਠੀਕ ਆ। 1 ਨੰਬਰ ਜਾਂ 2 ਨੰਬਰ ਕਲਾਸ 'ਚ ਸਤਿੰਦਰ ਟੈਗੋਰ ਸੀਗੇ, ਬਿਹਾਰੀ ਲਾਲ ਗੁਪਤਾ ਸੀਗੇ, ਅਨਾ ਰਾਜਮ ਮਲਹੋਤਰਾ ਸੀਗਾ ਜਾਂ RN ਮਲਹੋਤਰਾ ਸੀਗੇ। ਸੋ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ ਮੇਰਾ ਤੁਹਾਨੂੰ ਕਿ ਇਹ ਪੇਪਰ ਦੇ ਵਿੱਚ ਕੁਐਸਚਨ ਬਣਦਾ। ਦੇਖੋ ਬਣਿਆ ਹੋਇਆ ਕੁਐਸਚਨ। ਸੋ ਸਤਿੰਦਰ ਨਾਥ ਟੈਗੋਰ ਆ ਜਿਹੜੇ ਕਿ 1863 ਦੇ ਵਿੱਚ ਸਿਵਲ ਸਭਾਵਾਂ ਦੇ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ ਸੀਗੇ। ਸਪਤ ਸਿੰਧੂ ਪੁਰਾਣਾ ਨੇਮ ਕਿਹਦਾ? ਦਿੱਲੀ ਦਾ, ਗੁਜਰਾਤ ਦਾ, ਰਾਜਸਥਾਨ ਦਾ ਜਾਂ ਪੰਜਾਬ ਦਾ? ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦਾ ਨਾਮ ਹੈ। ਹਾਂ ਜੀ, ਮਨੀ ਬਿੱਲ ਬਾਰੇ ਸੱਚ ਇਹਨਾਂ ਦੇ ਵਿੱਚੋਂ ਦੱਸੋ ਜੀ ਕਿਹੜਾ ਸੱਚ ਵਾ? 3 ਗਲਤ ਨੇ, 1 ਸਹੀ ਆ। ਪ੍ਰੈਜ਼ੀਡੈਂਟ, ਹੁਣ ਇਹਦੇ ਵਿੱਚ ਕਨਫਿਊਜ਼ ਨਾ ਹੋਇਆ ਤੁਹਾਨੂੰ ਥੋੜਾ ਜਿਹਾ। ਪ੍ਰੈਜ਼ੀਡੈਂਟ ਵੈਸੇ ਆਪਣਾ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ, ਪਰ ਤੁਸੀਂ ਇਹਦੇ ਵਿੱਚ ਥੋੜੇ ਜਿਹੇ ਕਨਫਿਊਜ਼ ਹੋਵੋਗੇ। ਪ੍ਰੈਜ਼ੀਡੈਂਟ ਕੈਨ ਓਨਲੀ ਗਿਵ ਐਸੈਂਟ, ਪ੍ਰੈਜ਼ੀਡੈਂਟ ਸਿਰਫ ਬਿੱਲ ਨੂੰ ਰੋਕ ਸਕਦੇ ਨੇ। ਪ੍ਰੈਜ਼ੀਡੈਂਟ ਜਾਂ ਤਾਂ ਬਿੱਲ ਨੂੰ ਸਾਈਨ ਕਰਨਗੇ, ਠੀਕ ਆ, ਮਨਜ਼ੂਰੀ ਦੇਣਗੇ, ਜਾਂ ਉਹਨੂੰ ਰੋਕ ਲੈਣਗੇ। ਦਾ ਨੋ ਐਸੈਂਟ ਫॉर ਦਾ ਪ੍ਰੈਜ਼ੀਡੈਂਟ ਦੀ ਰਿਕੁਆਇਰਡ, ਠੀਕ ਹੈ ਜੀ। ਦੇਖੋ ਜੀ ਹੁਣ ਇਹਦਾ ਕਿਹੜਾ ਸਹੀ ਬਣਦਾ ਵਾ। ਦੇਖੋ ਜੀ, ਪਹਿਲੀ ਗੱਲ ਤਾਂ ਇਹ, ਹੁਣ ਮੈਂ ਤੁਹਾਨੂੰ ਥੋੜਾ ਦੱਸ ਦਿੰਦਾ ਮੈਂ ਇਹਦੇ ਵਿੱਚ। ਦੇਖੋ ਜੀ, ਜਿਹੜਾ ਮਨੀ ਬਿੱਲ ਹੁੰਦਾ ਨਾ, ਮਨੀ ਬਿੱਲ ਜਦੋਂ ਲੋਕ ਸਭਾ ਦੇ ਵਿੱਚ ਇੰਟਰੋਡਿਊਸ ਹੁੰਦਾ ਵਾ ਨਾ, ਉਹ ਪ੍ਰੈਜ਼ੀਡੈਂਟ ਦੀ ਹੀ ਪ੍ਰਾਇਰ ਪਰਮਿਸ਼ਨ ਦੇ ਉੱਤੇ ਹੁੰਦਾ, ਠੀਕ ਹੈ ਜੀ। ਪ੍ਰੈਜ਼ੀਡੈਂਟ ਦੀ ਹੀ ਪ੍ਰਾਇਰ ਪਰਮਿਸ਼ਨ ਦੇ ਉੱਤੇ ਤੁਹਾਡਾ ਮਨੀ ਬਿੱਲ ਆ ਜਿਹੜਾ ਉਹ ਆਪਣਾ ਲੋਕ ਸਭਾ ਦੇ ਵਿੱਚ ਇੰਟਰੋਡਿਊਸ ਹੋਊਗਾ। 1 ਮਿੰਟ ਦੇਣਾ ਜੀ ਬਸ। ਸੋ ਜੀ ਠੀਕ ਹੈ ਜੀ, ਪ੍ਰੈਜ਼ੀਡੈਂਟ ਦੀ ਜਿਹੜੀ ਪ੍ਰਾਇਰ ਪਰਮਿਸ਼ਨ ਆ ਉਹਦੇ ਉੱਤੇ ਹੀ ਇਹ ਲੋਕ ਸਭਾ ਦੇ ਵਿੱਚ ਇੰਟਰੋਡਿਊਸ ਹੋਊਗਾ। ਲੋਕ ਸਭਾ ਇਹਨੂੰ ਪਾਸ ਕਰੂਗੀ, ਲੋਕ ਸਭਾ ਰਾਜ ਸਭਾ ਨੂੰ ਭੇਜੂਗੀ, ਠੀਕ ਆ, ਰਾਜ ਸਭਾ ਨੂੰ ਭੇਜੂਗੀ। ਬਟ ਜਿਹੜੀ ਰਾਜ ਸਭਾ ਹੁੰਦੀ ਆ ਉਹ ਇਹਨੂੰ ਨਾ ਤਾਂ ਅਮੈਂਡ ਕਰ ਸਕਦੀ ਆ, ਠੀਕ ਆ, ਨਾ ਇਹਨੂੰ ਰਿਜੈਕਟ ਕਰ ਸਕਦੀ ਆ। ਮਤਲਬ ਕੁਝ ਨਹੀਂ ਕਰਦਾ, ਬਸ ਆਪਦਾ ਸੁਝਾਅ ਦੇ ਸਕਦੀ ਆ। 14 ਦਿਨਾਂ ਦੇ ਅੰਦਰ ਅੰਦਰ ਇਹਨਾਂ ਨੇ ਵਾਪਸ ਕਰਨਾ ਹੁੰਦਾ ਰਾਜ ਸਭਾ ਨੇ ਬਿੱਲ ਆਪਣਾ
ਲੋਕ ਸਭਾ ਨੂੰ। ਜੇਕਰ ਉਹ 14 ਦਿਨਾਂ ਦੇ ਵਿੱਚ ਨਹੀਂ ਦਿੰਦੀ ਗੀ, ਠੀਕ ਆ, ਵਾਪਸ ਨਹੀਂ ਕਰਦੀ ਲੋਕ ਸਭਾ ਨੂੰ, ਤਾਂ ਇਹਨੂੰ ਪਾਸ ਮੰਨਿਆ ਜਾਂਦਾ। ਮਤਲਬ ਉਹ ਮਨਜ਼ੂਰੀ ਸਮਝ ਲੈਂਦੇ ਆ ਵੀ ਹਾਂ ਮਨਜ਼ੂਰੀ ਹੋ ਗਈ ਆ। ਉਸ ਤੋਂ ਬਾਅਦ ਬਿੱਲ ਕਿਹਦੇ ਕੋਲੇ ਚਲਾ ਜਾਂਦਾ? ਪ੍ਰੈਜ਼ੀਡੈਂਟ ਦੇ ਕੋਲੇ ਚਲਾ ਜਾਂਦਾ। ਫਿਰ ਪ੍ਰੈਜ਼ੀਡੈਂਟ ਉਹਦੀ ਸਾਈਨ ਕਰ ਸਕਦਾ ਜਾਂ ਉਹਨੂੰ ਰੋਕ ਸਕਦਾ ਵਾ, ਠੀਕ ਆ। ਸੋ ਸਾਈਨ ਕਰਦਾ ਤਾਂ ਬਾਅਦ ਵਿੱਚ ਉਹ ਆਪਣਾ ਉਹ ਹੋ ਜਾਂਦਾ, ਪਾਸ ਹੋ ਜਾਂਦਾ ਬਿੱਲ। ਹੁਣ ਅਗਰ ਆਪਾਂ ਗੱਲ ਕਰੀਏ ਨਾ ਇਹਦੇ ਵਿੱਚ, ਹੁਣ ਇਹਦੇ ਵਿੱਚ ਦੇਖੋ ਉਹਨਾਂ ਨੇ ਓਨਲੀ ਲਿਖਿਆ, ਓਨਲੀ ਤਾਂ ਐਸੈਂਟ ਕਰ ਨਹੀਂ ਸਕਦਾ। ਇੱਥੇ ਵੀ ਇਹਨਾਂ ਨੇ ਬਿੱਲ ਓਨਲੀ ਜਾਂ ਸਿਰਫ ਰੋਕ ਹੀ ਸਕਦਾ ਵਾ, ਜਾਂ ਨੋ ਐਸੈਂਟ। ਐਸੈਂਟ ਕਿਉਂ ਨਹੀਂ? ਕਿਉਂ ਜੀ? ਜ਼ਰੂਰਤ ਆ, ਪ੍ਰੈਜ਼ੀਡੈਂਟ ਦੀ ਤਾਂ ਰਿਕੁਆਇਰ ਹੈਗੀ ਹੋਈ ਆ। ਦੇਖੋ ਜੀ, ਜਦੋਂ ਨਾਰਮਲੀ ਅਗਰ ਆਪਾਂ ਗੱਲ ਕਰੀਏ ਤਾਂ ਉਹ ਮਨਜ਼ੂਰੀ ਹੀ ਦੇਊਗਾ, ਕਿਉਂਕਿ ਜੇਕਰ ਉਹਦੀ ਮਤਲਬ ਪ੍ਰਾਇਰ ਰਿਕਮੈਂਡੇਸ਼ਨ ਦੇ ਹੀ ਇਹ ਬਿੱਲ ਜਿਹੜਾ ਲੋਕ ਸਭਾ ਦੇ ਵਿੱਚ ਇੰਟਰੋਡਿਊਸ ਹੋਇਆ, ਠੀਕ ਆ। ਸੋ ਰੋਕ ਵੀ ਸਕਦਾ ਵਾ, ਪਰ ਉਹ ਵਾਪਸ ਨਹੀਂ ਕਰ ਸਕਦਾ ਹੁੰਦਾ। ਇੱਕ ਚੀਜ਼ ਹੋਰ ਧਿਆਨ ਰੱਖਣੀ ਆ, ਜਿਵੇਂ ਆਰਡੀਨਰੀ ਬਿੱਲ ਹੋ ਗਿਆ ਨਾ, ਉਹ ਵਾਪਸ ਕਰ ਸਕਦਾ ਵੀ ਤੁਸੀਂ ਸੋਚ ਵਿਚਾਰ ਕਰ ਲਓ। ਬਟ ਜਿਹੜਾ ਮਨੀ ਬਿੱਲ ਹੁੰਦਾ, ਮਨੀ ਬਿੱਲ ਨੂੰ ਉਹ ਵਾਪਸ ਨਹੀਂ ਕਰ ਸਕਦਾ ਲੋਕ ਸਭਾ ਦੇ ਵਿੱਚ, ਕਿ ਹਾਂ ਪ੍ਰੈਜ਼ੀਡੈਂਟ ਕਹੇ ਵੀ ਆਹ ਲਓ ਤੁਸੀਂ ਵਾਪਸ ਲਓ ਬਿੱਲ, ਵੀ ਇਹਦਾ ਜਾ ਕੇ ਦੇਖੋ ਵੀ ਹਿਸਾਬ ਕਿਤਾਬ ਵੀ ਕਿੱਦਾਂ ਇਹ ਬਣਦਾ ਵਾ, ਵੀ ਜਾਂ ਇਹਨੂੰ ਤੇ ਦੁਬਾਰਾ ਵਿਚਾਰ ਕਰੋ, ਠੀਕ ਆ। ਨੈਕਸਟ ਕਰਦੇ ਹਾਂ ਜੀ ਆਪਾਂ। ਸੋ ਇਹਦੀ ਆਪਣੀ ਸੀ ਆਪਸ਼ਨ ਆ, ਜਿਹੜੀ ਸੀ ਆਪਸ਼ਨ ਇਹਦੀ ਸਹੀ ਜਾਂਦੀ ਆ। ਇੱਕ ਸਹੀ ਆ, ਤਿੰਨੇ ਗਲਤ ਆ ਬਾਕੀ। ਸਵਾਮੀ ਵਿਵੇਕਾਨੰਦ ਨੇ ਜਿਹੜੇ ਜੀ, ਉਹਨਾਂ ਨੇ ਅਟੈਂਡ ਕੀਤੀ ਆ ਵਰਲਡ ਪਾਰਲੀਮੈਂਟ ਰਿਲੀਜਨ, ਕਿੱਥੇ ਹੋਈ ਸੀ? ਠੀਕ ਹੈ, ਸ਼ਿਕਾਗੋ ਦੇ ਵਿੱਚ ਹੋਈ ਸੀ, ਠੀਕ ਆ। ਸੋ ਇਹ ਬਣਦਾ ਵਾ, ਠੀਕ ਆ। ਨੈਕਸਟ ਕਰਦੇ ਹਾਂ ਜੀ ਆਪਾਂ 96 ਦਾ। ਵਿਚ ਆਫ ਦਾ ਫੋਲੋਇੰਗ ਇਜ਼ ਕਾਲਡ ਦਾ ਨਾਮਧਾਰੀ ਮੂਵਮੈਂਟ ਕਿਹਨੂੰ ਕਿਹਾ ਜਾਂਦਾ ਜੀ? ਆਪਾਂ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਮੂਵਮੈਂਟਸ, ਜਿਹੜੀਆਂ ਆਪਣੀਆਂ ਸੋਸ਼ਲ ਰਿਲੀਜੀਅਸ ਮੂਵਮੈਂਟ ਆਪਾਂ ਬਹੁਤ ਚੰਗੀ ਤਰ੍ਹਾਂ ਕੀਤੀਆਂ ਹੋਈਆਂ। ਕੂਕਾ ਮੂਵਮੈਂਟ, ਪੰਜਾਬੀ ਸੂਬਾ ਮੂਵਮੈਂਟ, ਪੰਜਾਬੀ ਮੂਵਮੈਂਟ ਜਾਂ ਸਿੰਧੂ ਮੂਵਮੈਂਟ। ਸੋ ਇਹਦਾ ਬਿਲਕੁਲ ਸਹੀ ਆਨਸਰ ਬਣਦਾ ਵਾ ਜੀ ਆਪਣਾ ਇਹ ਆਨਸਰ ਬਣਦਾ ਪਿਆ ਜੀ, ਕੂਕਾ ਮੂਵਮੈਂਟ ਨੂੰ ਕਿਹਾ ਜਾਂਦਾ। ਸੋ ਇਹਦੇ ਫਾਊਂਡਰ ਕੌਣ ਸੀ ਜੀ? ਨਾਮਧਾਰੀ ਮੂਵਮੈਂਟ ਦੀ ਅਗਰ ਆਪਾਂ ਗੱਲ ਕਰੀਏ, ਨਾਮਧਾਰੀ ਮੂਵਮੈਂਟ ਦੇ ਮਤਲਬ ਫਾਊਂਡਰ ਸੀਗੇ ਇਹ ਬਾਬਾ ਬਾਲਕ ਜੀ। ਬਾਬਾ ਬਾਲਕ ਜੀ ਇਹਦੇ ਫਾਊਂਡਰ ਸੀਗੇ। ਬਟ ਪੇਪਰ ਦੇ ਵਿੱਚ ਤੁਹਾਨੂੰ ਪੁੱਛਿਆ ਕਿ ਮੇਨ ਸੰਸਥਾ ਮਤਲਬ ਪ੍ਰੇਰਕ ਕੌਣ ਸੀ ਜ਼ਿਆਦਾ ਇਹਨਾਂ ਨੂੰ, ਜਿਹੜੀ ਕੂਕਾ ਮੂਵਮੈਂਟ ਨੂੰ ਜਾਂ ਨਾਮਧਾਰੀ ਮੂਵਮੈਂਟ ਨੂੰ ਪ੍ਰਚਾਰ ਕਿਹਨੇ ਕੀਤਾ ਸੀ? ਤਾਂ ਬਾਬਾ ਰਾਮ ਸਿੰਘ, ਠੀਕ ਆ। ਇਹਦੇ ਵਿੱਚ ਕਨਫਿਊਜ਼ ਨਾ ਹੋਇਓ ਤੁਸੀਂ, ਬਾਬਾ ਰਾਮ ਸਿੰਘ ਇਹਦੇ ਮੁੱਖ ਪ੍ਰੇਰਕ ਵਜੋਂ ਸੀ, ਠੀਕ ਆ। ਪੇਪਰ ਦੇ ਵਿੱਚ ਇਹ ਕੁਐਸਚਨ ਪੰਜਾਬ ਜੀਕੇ ਦੇ ਵਿੱਚ ਹੁਣੇ ਰੀਸੈਂਟਲੀ ਇੱਕ ਪੇਪਰ ਦੇ ਵਿੱਚ ਆਇਆ ਹੋਇਆ ਵਾ, ਠੀਕ ਆ। ਸੋ ਨੈਕਸਟ ਕਰਦੇ ਹਾਂ ਜੀ ਹੁਣ ਆਪਾਂ। ਇਹਨਾਂ ਦੇ ਵਿੱਚੋਂ ਕਿਹੜੀ ਸਿਟੀ ਆ ਜਿਹਨੂੰ ਕਿ ਸਨ ਸਿਟੀ ਆਫ ਇੰਡੀਆ ਕਿਹਾ ਜਾਂਦਾ? ਜੈਪੁਰ, ਜੈਸਲਮੇਰ, ਜੋਧਪੁਰ ਜਾਂ ਸ਼੍ਰੀਨਗਰ। ਸੋ ਇਹ ਸਟੈਟਿਕ ਜੀਕੇ ਦਾ ਕੁਐਸਚਨ ਆ ਗਿਆ ਜੀ ਸਾਡੇ ਕੋਲੇ। ਸੋ ਇਹ ਆ ਗਿਆ ਜੀ, ਸਨ ਸਿਟੀ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਜੀ? ਯੋਧਪੁਰ ਨੂੰ ਕਿਹਾ ਜਾਂਦਾ ਵਾ ਜੀ। ਯੋਧਪੁਰ ਕਿੱਥੇ ਸਥਿਤ ਆ ਜੀ? ਇਹ ਆਪਣੇ ਰਾਜਸਥਾਨ ਦੇ ਵਿੱਚ ਸਥਿਤ ਆ। ਇਹਨੂੰ ਹੀ ਸਨ ਸਿਟੀ ਜਾਂ ਆਪਣਾ ਬਲੂ ਸਿਟੀ ਵੀ ਕਿਹਾ ਜਾਂਦਾ, ਬਲੂ ਸਿਟੀ। ਸੋ ਹੋ ਸਕਦਾ ਅਗਲੀ ਵਾਰ ਪੇਪਰ 'ਚ ਤੁਹਾਨੂੰ ਬਲੂ ਸਿਟੀ ਪੁੱਛ ਲੈਣ, ਠੀਕ ਆ। ਸੋ ਇੰਪੋਰਟੈਂਟ ਕੁਐਸਚਨ ਬਣਦਾ ਵਾ ਵੀ। ਅੰਮ੍ਰਿਤਸਰ ਸਿਟੀ ਕਦੋਂ ਫਾਊਂਡ ਹੋਈ ਸੀ ਜੀ? ਬਹੁਤ ਵਾਰੀ ਕੀਤਾ ਹੋਇਆ ਜੀ ਆਪਣਾ ਇਹ ਤਾਂ ਕਿਸੇ ਦਾ ਵੀ ਗਲਤ ਨਹੀਂ ਹੋਣਾ ਚਾਹੀਦਾ। 1517, 1590, 1574 ਜਾਂ 1592। ਪੰਜਾਬ ਜੀਕੇ ਦੀ ਕਲਾਸ ਦੇਖੋ ਆਪਣੀ, ਉਹਦੇ ਵਿੱਚ ਬਹੁਤ ਚੰਗੀ ਤਰ੍ਹਾਂ ਮੇਰਾ ਥਿਊਰੀ 'ਚ ਕਰਵਾਇਆ ਹੋਇਆ ਤੁਹਾਨੂੰ। 1574 'ਚ ਇਹਦੀ ਸਥਾਪਨਾ ਕੀਤੀ ਸੀ ਆਪਣੇ ਗੁਰੂ ਰਾਮਦਾਸ ਜੀ ਨੇ, ਠੀਕ ਹੈ ਜੀ। ਗੁਰੂ ਰਾਮਦਾਸ ਜੀ ਨੇ ਇਹਦੀ ਸਥਾਪਨਾ ਕੀਤੀ ਸੀ, ਠੀਕ ਹੈ ਜੀ। ਸੋ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਠੀਕ ਹੈ ਜੀ। ਨੈਕਸਟ ਕਰਦੇ ਹਾਂ ਜੀ। ਨੈਕਸਟ ਆ ਗਿਆ ਜੀ ਸਾਡੇ ਕੋਲੇ, ਇਹਨਾਂ ਦੇ ਵਿੱਚੋਂ ਕਿਹੜਾ ਵਾ ਜਿਹੜਾ ਭਾਰਤ ਦੇ ਸੰਵਿਧਾਨ ਦੀ ਵਿਆਖਿਆ ਕਰ, ਮਤਲਬ ਅੰਤਮ ਫਾਈਨਲ ਅਥਾਰਟੀ ਕਿਹੜੀ ਆ ਕਿ ਕਨਸਟੀਟਿਊਸ਼ਨ ਨਾਲ ਰਿਲੇਟਡ ਜੇਕਰ ਕੋਈ ਵੀ ਵਿਆਖਿਆ ਕਰਨੀ ਆ ਸੰਵਿਧਾਨ ਦੀ, ਤਾਂ ਉਹਦੇ ਲਈ ਫਾਈਨਲ ਅਥਾਰਟੀ ਕਿਹੜੀ ਆ? ਸੁਪਰੀਮ ਕੋਰਟ, ਲੋਕ ਸਭਾ, ਪ੍ਰੈਜ਼ੀਡੈਂਟ ਜਾਂ ਕੌਂਸਲ ਆਫ ਮਿਨਿਸਟਰ। ਬਹੁਤ ਇੰਪੋਰਟੈਂਟ ਕੁਐਸਚਨ, ਪਰ ਬਹੁਤ ਸੌਖਾ ਕੁਐਸਚਨ ਬਣਦਾ ਜੀ। ਸੁਪਰੀਮ ਕੋਰਟ, ਮੇਰਾ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ ਸੁਪਰੀਮ ਕੋਰਟ ਦੇ ਬਾਰੇ, ਠੀਕ ਆ। ਹੁਣ ਨੈਕਸਟ ਅਗਰ ਆਪਾਂ ਗੱਲ ਕਰੀਏ ਸੁਪਰੀਮ ਕੋਰਟ ਦੇ ਨਾਲ ਰਿਲੇਟਡ, ਅਗਰ ਆਪਾਂ ਗੱਲ ਕਰੀਏ 124 ਨੰਬਰ ਆਰਟੀਕਲ 1, 2 का 4, ਮੈਂ ਤੁਹਾਨੂੰ ਕਿਹਾ ਵੀ ਸੀ ਕਿ ਐਂ ਯਾਦ ਕਰ ਲਓ ਇਹਨੂੰ ਕਿ 1, 2 का 4 ਹੁੰਦਾ ਵਾ ਸੁਪਰੀਮ ਕੋਰਟ ਨਾਲ ਰਿਲੇਟਡ ਆ। ਹਾਈ ਕੋਰਟ ਦੇ ਨਾਲ ਕਿੰਨਾ ਰਿਲੇਟਡ ਆ ਜੀ? ਆਪਣਾ 214 ਨੰਬਰ ਆਰਟੀਕਲ ਰਿਲੇਟਡ ਆ, ਠੀਕ ਹੈ ਜੀ। ਨੈਕਸਟ ਚੱਲਦੇ ਹਾਂ ਜੀ ਹੁਣ ਆਪਣਾ। ਇਹਨਾਂ ਦੇ ਵਿੱਚੋਂ ਕੌਣ ਆ ਜੀ? ਦੇਖੋ ਜੀ ਆਹ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਇਹ ਤੁਹਾਡਾ ਗਲਤ ਨਹੀਂ ਹੋਣਾ ਚਾਹੀਦਾ ਕਿਸੇ ਦਾ ਵੀ। ਵੈਸੇ ਮੇਰਾ ਤੁਹਾਨੂੰ ਕਰਵਾਇਆ ਹੋਇਆ ਵਾ, ਸੋ ਵੈਸੇ ਆਪਾਂ ਜਦੋਂ ਹਾਕੀ ਕਰਾਂਗੇ ਉਹਦੇ ਵਿੱਚ ਵੀ ਇਹ ਕਰ ਲਾਂਗੇ। ਇਹਨਾਂ ਦੇ ਵਿੱਚੋਂ ਕੌਣ ਆ ਜਿਹੜਾ ਕਿ ਕੈਪਟਨ ਆ ਹਾਕੀ ਦਾ, ਜਿਹਨੇ ਗੋਲਡ ਮੈਡਲ ਜਿੱਤਿਆ ਸੀ 1928 'ਚ? ਲਾਲ ਸ਼ਾਹ ਬੁਖਾਰੀ, ਜੈਪਾਲ ਸਿੰਘ ਮੁੰਡਾ, ਧਿਆਨ ਚੰਦ ਜਾਂ KD ਸਿੰਘ? ਦੱਸੋ ਜੀ। ਸੋ ਮੋਸਟ ਇੰਪੋਰਟੈਂਟ ਕੁਐਸਚਨ ਹਾਕੀ ਦੇ ਉੱਤੇ, ਜਦੋਂ ਆਪਾਂ ਹਾਕੀ ਕਰਾਂਗੇ ਵੈਸੇ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਇਹਨੂੰ ਕਰਵਾ ਦਾਂਗਾ। ਵੈਸੇ ਤੁਸੀਂ ਹੁਣ ਵੀ ਮੈਂ ਤੁਹਾਨੂੰ ਥੋੜਾ ਬਹੁਤ ਦੱਸ ਦਿੰਦਾ ਮੈਂ ਇਹਦੇ ਬਾਰੇ, ਠੀਕ ਹੈ ਜੀ। ਹੁਣ ਪਹਿਲੀ ਗੱਲ ਤਾਂ ਇਹਦਾ ਮੈਂ ਤੁਹਾਨੂੰ ਆਨਸਰ ਦੱਸਣ ਲੱਗਿਆ, ਠੀਕ ਹੈ ਜੀ। ਜਿਹੜਾ ਉਸ ਟਾਈਮ ਦੇ ਉੱਤੇ ਆਪਣੀ ਅਗਰ ਆਪਾਂ ਗੱਲ ਕਰੀਏ 1928 ਦੇ ਵਿੱਚ ਹਾਕੀ ਦਾ ਗੋਲਡ ਜਿੱਤਿਆ ਸੀ ਇੰਡੀਆ ਨੇ 1928 'ਚ, ਤਾਂ ਜੈਪਾਲ ਸਿੰਘ ਮੁੰਡਾ ਇਹਦੇ ਕੈਪਟਨ ਸੀ। 1928 ਦੀ ਗੱਲ ਹੋ ਰਹੀ ਹੈ ਜੀ, ਠੀਕ ਆ। ਜੇਕਰ ਆਪਾਂ ਨੂੰ ਕੁਐਸਚਨ ਪੁੱਛ ਲਵੇ ਕਿ ਜਿਹੜੇ ਆਪਣੇ ਲਾਲ ਸ਼ਾਹ ਬੁਖਾਰੀ, ਹੁਣ ਲਾਲ ਸ਼ਾਹ ਬੁਖਾਰੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਸੈਯਦ ਲਾਲ ਸ਼ਾਹ ਬੁਖਾਰੀ ਇਹਨਾਂ ਦਾ ਨਾਮ ਸੀ। 1932 ਦੀ ਜਿਹੜੀ ਓਲੰਪਿਕ 'ਚ ਫੇਰ ਗੋਲਡ ਜਿੱਤ ਲਿਆ ਸੀ ਇੰਡੀਆ ਨੇ। ਇੱਥੇ ਵੀ ਗੋਲਡ ਜਿੱਤਿਆ ਹੋਇਆ ਜੀ, ਇੱਥੇ ਵੀ ਗੋਲਡ ਜਿੱਤਿਆ ਹੋਇਆ, ਇੱਥੇ ਵੀ ਗੋਲਡ ਜਿੱਤਿਆ ਹੋਇਆ। ਧਿਆਨ ਚੰਦ, ਮੇਜਰ ਧਿਆਨ ਚੰਦ ਦੀ ਗੱਲ ਹੋ ਰਹੀ ਆ ਜੀ। 1936 'ਚ ਇੱਥੇ ਵੀ ਗੋਲਡ ਜਿੱਤਿਆ ਹੋਇਆ, ਹੈਟ੍ਰਿਕ ਮਾਰੀ ਸੀ ਉਸ ਟਾਈਮ ਦੇ ਉੱਤੇ ਇੰਡੀਆ ਨੇ, ਠੀਕ ਆ। 3 ਵਰਲਡ ਕੱਪ ਦੇ ਵਿੱਚ ਤਿੰਨੇ ਆਪਣੇ ਹਾਕੀ ਟੀਮ ਨੇ ਆਪਣੇ ਓਲੰਪਿਕ ਦੇ ਵਿੱਚ ਗੋਲਡ ਮੈਡਲ ਜਿੱਤੇ ਸੀ, ਠੀਕ ਆ, ਉਸ ਟਾਈਮ ਦੇ ਉੱਤੇ। ਨੈਕਸਟ ਅਗਰ ਆਪਾਂ ਗੱਲ ਕਰੀਏ ਹੁਣ ਇੰਪੋਰਟੈਂਟ ਚੀਜ਼ ਆਪਣੀ ਕਿਹੜੀ ਬਣਦੀ ਆ ਜੀ ਇਹਦੇ ਵਿੱਚ? KD ਸਿੰਘ ਦੀ ਅਗਰ ਆਪਾਂ ਗੱਲ ਕਰੀਏ, ਇਹ ਸ਼ਾਇਦ 1952 ਦੇ ਵਿੱਚ ਇਹਨਾਂ ਨੇ ਗੋਲਡ ਜਿੱਤਿਆ ਸੀ, ਠੀਕ ਆ। ਉਸ ਟਾਈਮ ਦੇ ਉੱਤੇ 1952 ਦੇ ਵਿੱਚ
1952 ਸੋ ਪੱਕਾ ਮੈਨੂੰ ਕਲੀਅਰ ਨਹੀਂਗਾ। ਸੋ ਮੇਰੇ ਅਕੋਰਡਿੰਗ 1952 ਦੇ ਵਿੱਚ ਇਹ ਕੈਪਟਨ ਸੀਗੇ KT ਸਿੰਘ, ਠੀਕ ਆ। ਸੋ ਦੇਖ ਲਿਓ ਤੁਸੀਂ ਇੱਕ ਵਾਰੀ ਕਨਫਰਮ ਕਰ ਦਿਓ, ਬਾਕੀ ਉੱਪਰ ਵਾਲੇ ਤਿੰਨ ਪੂਰੀ ਤਰ੍ਹਾਂ ਨਾਲ ਕਨਫਰਮ ਨੇ, ਠੀਕ ਆ। ਹੁਣ ਨੈਕਸਟ ਅਗਰ ਆਪਾਂ ਗੱਲ ਕਰੀਏ ਓਲੰਪਿਕ ਬਾਰੇ, ਆਪਾਂ ਥੋੜ੍ਹਾ ਜਿਹਾ ਪੜ੍ਹਦੇ ਹਾਂ, ਵੈਸੇ ਆਪਾਂ ਓਲੰਪਿਕ ਦੇ ਵਿੱਚ ਕਰ ਲਾਂਗੇ। ਦੇਖੋ ਜੀ, ਅਜੇ ਤੱਕ ਭਾਰਤ ਵੱਲੋਂ ਜੇਕਰ ਮੈਂ ਗੱਲ ਕਰਾਂ ਤਾਂ ਭਾਰਤ ਵੱਲੋਂ ਟੋਟਲ 10 ਓਲੰਪਿਕ ਜਿੱਤ ਚੁੱਕੇ ਆ। 8 ਇਹਨਾਂ ਦੇ ਵਿੱਚੋਂ 8 ਓਲੰਪਿਕ ਤਾਂ ਜਿਹੜੇ ਹੈਗੇ ਨੇ ਕਿਹਨੇ ਜਿੱਤੇ ਨੇ? 8 ਓਲੰਪਿਕ ਜਿੱਤੇ ਨੇ ਆਪਣੇ ਇੰਡੀਅਨ ਹਾਕੀ ਟੀਮ ਨੇ। ਇੰਡੀਅਨ ਹਾਕੀ ਟੀਮ ਨੇ 8 골ਡ ਮੈਡਲਾਂ ਦੀ ਗੱਲ ਹੋ ਰਹੀ ਹੈ, ਠੀਕ ਆ। ਆ ਵੀ ਟੋਟਲ 10 ਜਿੱਤ ਚੁੱਕੇ ਆ। 2 ਇੰਡੀਵਿਜੂਅਲ ਮੈਡਲ 골ਡ ਮੈਡਲ ਜਿੱਤ ਚੁੱਕੀ ਆ, ਠੀਕ ਆ। ਭਾਰਤ ਵੱਲੋਂ ਪਹਿਲੀ ਵਾਰ 골ਡ ਮੈਡਲ ਕਿਹਨੇ ਜਿੱਤਿਆ ਸੀ? ਅਭਿਨਵ ਬਿੰਦਰਾ ਨੇ। ਇਹ ਕੁਐਸਚਨ ਹੁਣੇ ਰੀਸੈਂਟਲੀ 2021 ਦੇ ਵਿੱਚ ਰਿਪੀਟ ਹੋ ਚੁੱਕਿਆ ਵਾ। ਅਭਿਨਵ ਬਿੰਦਰਾ ਨੇ ਕੀ ਜਿੱਤਿਆ ਸੀ ਜੀ? 골ਡ ਮੈਡਲ ਜਿੱਤਿਆ ਸੀ, ਠੀਕ ਆ ਜੀ। ਬਹੁਤ ਇੰਪੋਰਟੈਂਟ ਬਣਦਾ ਵਾ। ਦੂਜੇ ਜਿਹੜੇ ਇਹਦੇ ਰਿਸਿਪਟ ਕੌਣ ਸੀਗੇ ਆਪਣੇ? ਜਿਹੜੇ 2 ਆਲਰੇਡੀ, ਠੀਕ ਆ। 8 ਤਾਂ ਆਪਣੀ ਹਾਕੀ ਟੀਮ ਜਿੱਤ ਗਈ, 1 ਜਿੱਤ ਗਈ ਉਹ, ਤੇ ਦੂਜੇ ਨੰਬਰ ਤੇ 10ਵੇਂ ਨੰਬਰ ਤੇ ਜਿਹੜਾ ਲਾਸਟ ਜਿਹੜਾ ਹੁਣ ਰੀਸੈਂਟਲੀ ਜਿੱਤਿਆ ਸੀ ਨੀਰਜ ਚੋਪੜਾ ਨੇ ਹੁਣੇ ਜਿਹੜੀ ਓਲੰਪਿਕ ਹੋਈ ਸੀ, ਠੀਕ ਆ। ਸੋ ਉਹਦੇ ਵਿੱਚ ਜਿੱਤਿਆ ਸੀ। ਤਾਂ ਨੈਕਸਟ ਕਰਦੇ ਹਾਂ। ਸੋ ਬਸ ਇਹੀ ਹੁੰਦਾ ਵਾ। ਹੋਰ ਇੱਕ ਮੈਂ ਤੁਹਾਨੂੰ ਹੋਰ ਆਪਸ਼ਨ ਦਾ ਦਿੰਦਾ, ਤਾਂ ਜਿਹੜਾ ਮੇਜਰ ਧਿਆਨ ਚੰਦ ਦਾ 29 ਅਗਸਤ 1905 ਨੂੰ ਜਨਮ ਹੋਇਆ ਸੀ। 29 ਅਗਸਤ 1905 ਨੂੰ ਜਨਮ ਹੋਇਆ ਤੇ 29 ਅਗਸਤ ਨੂੰ ਆਪਾਂ ਨੈਸ਼ਨਲ ਸਪੋਰਟਸ ਡੇ ਮਨਾਉਂਦੇ ਹਾਂ, ਠੀਕ ਹੈ ਜੀ। ਸੋ ਇਹ ਤਿੰਨੇ ਜਿਹੜੇ ਆਪਣੇ ਵਰਲਡ ਕੱਪ ਹੋਏ ਸੀ ਨਾ 28, 32 ਤੇ 36 'ਚ, ਉਹਦੇ ਮੈਂਬਰ ਸੀ, ਬਟ ਇਹ ਕੈਪਟਨ ਸਿਰਫ 1936 'ਚ ਸੀਗੇ, ਠੀਕ ਹੈ ਜੀ। ਬਾਕੀ ਮੈਂ ਤੁਹਾਨੂੰ ਦੱਸ ਹੀ ਦਿੱਤਾ। ਹਾਂਜੀ, ਕੈਲਾਸ਼ ਸਤਿਆਰਥੀ ਦੱਸੋ ਜੀ, ਉਹਨਾਂ ਨੂੰ ਨੋਬਲ ਪੁਰਸਕਾਰ ਕਦੋਂ ਮਿਲਿਆ ਸੀ? ਕਿਹਦੇ ਲਈ ਮਿਲਿਆ ਸੀ? ਇਕਨੋਮਿਕਸ ਲਈ, ਫਿਜ਼ਿਕਸ ਲਈ, ਕੈਮਿਸਟਰੀ ਲਈ ਜਾਂ ਪੀਸ ਲਈ? ਸੋ ਨੋਬਲ ਪੁਰਸਕਾਰ ਦੇ ਵਿੱਚ ਇਹ ਆਪਣਾ ਸਾਰਾ ਕੰਪਲੀਟ ਹੋ ਜਾਏਗਾ, ਠੀਕ ਆ। ਵੈਸੇ ਮੈਂ ਤੁਹਾਨੂੰ ਦੱਸਦਾ ਪੀਸ ਪ੍ਰਾਈਜ਼ ਮਿਲਿਆ ਸੀ, ਠੀਕ ਆ। ਸੋ ਪੀਸ ਪ੍ਰਾਈਜ਼ ਮਿਲਿਆ ਸੀ। ਇਹ ਕਦੋਂ ਮਿਲਿਆ ਸੀ ਇਹਨਾਂ ਨੂੰ? 2014 ਦੇ ਵਿੱਚ ਮਿਲਿਆ ਸੀ। ਨੋਬਲ ਪ੍ਰਾਈਜ਼ 'ਚ ਆਪਣਾ ਇਹ ਸਾਰੇ ਕਵਰ ਹੋ ਜਾਣਗੇ, ਠੀਕ ਆ। ਨੈਕਸਟ ਕਰਦੇ ਹਾਂ। ਹੂ ਵਾਜ਼ ਦਾ ਫਸਟ ਫਾਈਨੈਂਸ ਮਿਨਿਸਟਰ ਆਫ ਮਹਾਰਾਜਾ ਰਣਜੀਤ ਸਿੰਘ ਦਾ ਫਾਈਨੈਂਸ ਮਿਨਿਸਟਰ ਕੌਣ ਸੀ? ਦੀਨਾਨਾਥ ਪੂਰਨਮਲ ਰਾਸ਼ਿਦ ਜਾਂ ਸ਼ੰਕਰ? ਸੋ ਦੀਨਾਨਾਥ, ਠੀਕ ਆ। ਰਾਜਾ ਦੀਨਾਨਾਥ ਸੀਗੇ ਇਹ ਜਿਹੜੇ ਮੇਜਰ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਫਾਈਨੈਂਸ ਮਿਨਿਸਟਰ ਸੀ। ਸੋ ਇੰਪੋਰਟੈਂਟ ਕੁਐਸਚਨ ਬਣਦਾ, ਸਿੱਧਾ ਸਟੈਟਿਕ ਦੇ ਵਿੱਚ ਇਹ ਕੁਐਸਚਨ ਆ ਜਾਂਦਾ ਵਾ, ਠੀਕ ਆ, ਕਿ ਮਹਾਰਾਜਾ ਰਣਜੀਤ ਸਿੰਘ ਦੇ ਫਾਈਨੈਂਸ ਮਿਨਿਸਟਰ ਦਾ ਨਾਮ ਦੱਸੋ। ਰਾਜਾ ਦੀਨਾਨਾਥ। ਸੋ ਇਹਨੂੰ ਰਾਟੀ ਲਓ ਤੁਸੀਂ ਇੱਕ ਤਰ੍ਹਾਂ ਨਾਲ, ਠੀਕ ਹੈ ਜੀ। ਨੈਕਸਟ ਕਰਦੇ ਹਾਂ ਜੀ ਹੁਣ ਆਪਾਂ ਇਹਨਾਂ ਦੇ ਵਿੱਚੋਂ ਕਿਹੜੀ ਆ ਜਿਹੜੀ ਕਿ ਲਾਂਚ ਕੀਤੀ ਜਾਂਦੀ ਆ ਕੈਂਪੇਨ ਮੇਕ ਸਮਾਲ ਸਟਰੋਂਗ? ਸੋ ਇਹ ਤਾਂ ਸਿੰਪਲ ਆਪਣਾ ਅਗਰ ਆਪਾਂ ਗੱਲ ਕਰੀਏ ਤਾਂ ਕਰੰਟ ਅਫੇਅਰ। ਦੇਖੋ ਕਰੰਟ ਅਫੇਅਰ ਦੇ ਅਜੇ ਤੱਕ ਕਿੰਨੇ ਕੁ ਕੁਐਸਚਨ ਆਏ ਨੇ। ਸੋ ਇਸ ਲਈ ਮੈਂ ਕਹਿੰਦਾ ਨਾ ਕਰੰਟ ਅਫੇਅਰ ਕਰੋ, ਇਦਾਂ ਨਹੀਂ ਕਿ ਕਰੰਟ ਅਫੇਅਰ ਕਰਨੇ ਜ਼ਰੂਰੀ ਨਹੀਂ, ਪਰ ਜਿਹੜੀ ਚੀਜ਼ ਵੱਧ ਪੁੱਛੀ ਜਾਂਦੀ ਆ ਪਹਿਲਾਂ ਉਹਦੇ ਤੇ ਫੋਕਸ ਕਰੋ, ਫਿਰ ਕਰੰਟ ਅਫੇਅਰ ਕਰ ਲਓ। ਲਾਸਟ 6 ਮਹੀਨੇ ਦੇ ਕਰ ਲਿਆ ਕਰੋ ਕਰੰਟ ਅਫੇਅਰ, ਕੋਈ ਦਿੱਕਤ ਵਾਲੀ ਗੱਲ ਨਹੀਂ। ਜੇਕਰ ਬੜਾ ਪੁਰਾਣਾ ਆ ਗਿਆ ਤਾਂ ਉਹ ਤਾਂ ਵੈਸੇ ਵੀ ਤੁਹਾਨੂੰ ਇੰਨੇ ਕਵਰ ਨਹੀਂ ਹੋ ਸਕਦੇ, ਠੀਕ ਆ, ਕਿਉਂਕਿ ਇਹ ਬਹੁਤ ਵਾਈਡ ਨੇ। ਬਟ ਪੇਪਰ ਦੇ ਵਿੱਚ ਆਪਣੇ PSSB ਦੇ ਨਾਲ ਜ਼ਿਆਦਾ ਇੰਪੋਰਟੈਂਟ ਨਹੀਂ ਬਣਦੇਗੇ, ਆਉਂਦੇ ਨੇ ਬਟ 6 ਮਹੀਨੇ ਲਈ ਦੇ ਜ਼ਰੂਰ ਕਰਨੇ ਚਾਹੀਦੇ, ਕਿਉਂਕਿ 2 3 4 ਕੁਐਸਚਨ ਆ ਜਾਂਦੇ ਨੇ। ਸੋ ਆਪਾਂ ਕਾਹਨੂੰ ਛੱਡਨੇ ਆ, ਉਹ ਵੀ ਮੈਂ ਤੁਹਾਨੂੰ ਦੱਸੂਗਾ। ਉਹ ਵੀ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਹੁਣ, 1 ਜੂਨ ਤੋਂ ਸ਼ੁਰੂ ਕਰਨ ਜਾ ਰਹੇ ਹਾਂ। ਵੈਸੇ 10 ਜੁਲਾਈ ਤੋਂ ਹੋਣਗੇ, ਜੂਨ ਤੋਂ ਆਪਾਂ ਸ਼ੁਰੂ ਕਰਾਂਗੇ। ਜੇਕਰ ਪੇਪਰ ਤੁਹਾਡਾ ਨਵੰਬਰ ਦਸੰਬਰ 'ਚ ਹੋਊਗਾ ਤਾਂ 6 ਮਹੀਨੇ ਦੇ ਤੁਹਾਡੇ ਉਹ ਕਵਰ ਮੈਂ ਕਰਵਾ ਦੂੰਗਾ, ਜਿੰਨੇ ਕੁ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਆ। ਸੋ ਅਗਰ ਆਪਾਂ 103 ਦਾ ਗੱਲ ਕਰੀਏ, ਮੇਕ ਸਮਾਲ ਸਟਰੋਂਗ ਆਪਣਾ ਕਿਹਨੇ ਆਪਣਾ ਇੰਟਰੋਡਿਊਸ ਕੀਤਾ ਸੀਗਾ? ਸੋ ਇਹ ਆਪਣਾ ਉਸ ਟਾਈਮ ਦੇ ਉੱਤੇ ਗੂਗਲ ਨੇ ਕੀਤਾ ਸੀ, ਠੀਕ ਆ। ਸੋ ਇਹ ਕਰੰਟ ਅਫੇਅਰ 2021 ਦਾ ਕੁਐਸਚਨ ਆ। ਬਾਬਰ ਨੇ ਅਟੈਕ ਕੀਤਾ ਜੀ ਪੰਜਾਬ ਤੇ ਪਹਿਲੀ ਵਾਰ ਦੱਸੋ ਕਦੋਂ ਕੀਤਾ ਸੀ? 1560, 1519, 1530 ਜਾਂ 1556? ਵੈਸੇ ਆਪਣੀ ਮੁਗਲ ਕਾਲ ਦੀ ਇਹ ਕਲਾਸ ਪਈ ਆ, ਬਟ ਫਿਰ ਵੀ ਮੈਂ ਇਹ ਤੁਹਾਨੂੰ ਕਰਵਾਇਆ ਹੋਇਆ ਵਾ ਜੀ। 1519 ਦੇ ਵਿੱਚ ਪਹਿਲੀ ਵਾਰ ਬਾਬਰ ਨੇ ਪੰਜਾਬ ਦੇ ਉੱਤੇ ਹਮਲਾ ਕੀਤਾ ਸੀ। ਤੁਸੀਂ ਮੈਨੂੰ ਦੱਸਣਾ ਵਾ ਕਿ ਬਾਬਰ ਨੇ ਪੰਜਾਬ ਤੇ ਕਿੰਨੀ ਵਾਰੀ ਤੱਕ ਅਟੈਕ ਕੀਤਾ? ਅੱਜ ਤੱਕ ਕਿੰਨੀ ਵਾਰ ਅਟੈਕ ਕੀਤਾ ਵਾ ਆਪਣੇ ਬਾਬਰ ਨੇ ਉਸ ਟਾਈਮ ਦੇ ਉੱਤੇ ਪੰਜਾਬ ਤੇ? ਇਹਨਾਂ 'ਚੋਂ ਕਿਹੜੇ ਆਰਟੀਕਲ ਆ ਜਿਹੜੀ DPSP ਦੇ ਨਾਲ ਰਿਲੇਟਡ ਆ? ਦੇਖੋ ਜੀ, ਇਹ ਵਾਲਾ ਸੇਮ ਟੂ ਸੇਮ ਮੈਂ ਤੁਹਾਨੂੰ ਉੱਪਰ ਦੇਖੋ, ਉੱਪਰ ਜਦੋਂ ਮੈਂ ਕਰਵਾ ਰਿਹਾ ਅਜੇ ਤੱਕ ਜਿੰਨੀਆਂ ਵੀ ਕਲਾਸਾਂ ਕਰਾਂਗੇ ਨਾ ਸਾਰੀਆਂ 'ਚ ਕਰਵਾ ਚੁੱਕਿਆ ਵਾਂ। ਇਹ ਕੁਐਸਚਨ ਪੁੱਛੇ ਜਾਂਦੇ ਨੇ, ਇਹੀ ਪੁੱਛਣਗੇ। ਕਿਸੇ ਦੇ ਵਿੱਚ ਪਾਰਟ ਪੁੱਛ ਲੈਣਗੇ, ਕਿਸੇ 'ਚ ਆਰਟੀਕਲ ਪੁੱਛ ਲੈਣਗੇ, ਕਿਸੇ ਦੇ ਵਿੱਚ ਸਪੈਸ਼ਲ ਆਰਟੀਕਲ ਪੁੱਛ ਲੈਣਗੇ ਕਿ ਇਹ ਕਿਹਦੇ ਨਾਲ ਤਾਲੁਕਾਤ ਆ। 15 ਤੋਂ 24, 36 ਤੋਂ 51, 52 ਤੋਂ 70 ਜਾਂ 25 ਤੋਂ 32 ਤੋਂ 36 ਤੋਂ 52 ਬਹੁਤ ਵਾਰ ਮੈਂ ਤੁਹਾਨੂੰ ਕਰਵਾ ਚੁੱਕਾ ਕਿ ਪਾਰਟ 4 'ਚ ਦਰਜ ਆ, 36 ਤੋਂ 51 ਦੇ ਵਿੱਚ ਆ, ਠੀਕ ਹੈ ਜੀ। ਸੋ DPSP ਲਈ ਇੱਕ ਹੋਰ ਕੁਐਸਚਨ ਬਣਦਾ ਦਾ, ਇਹ ਨਾਨ ਜਸਟੀਫਾਈਏਬਲ ਆ, ਠੀਕ ਹੈ ਜੀ। ਨਾਨ ਜਸਟੀਫਾਈਏਬਲ ਆ, ਠੀਕ ਹੈ ਜੀ। ਮਤਲਬ ਇਹ ਅਗਰ ਇਹ ਪੂਰੇ ਨਹੀਂ ਹੁੰਦੇਗਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇਹਦੇ ਲਈ ਕੋਰਟ ਨਹੀਂ ਜਾ ਸਕਦੇ, ਠੀਕ ਹੈ ਜੀ। ਨੈਕਸਟ ਆਪਾਂ ਇਹਨਾਂ ਦੇ ਵਿੱਚੋਂ ਕਿਹੜੀ ਸਟੇਟ ਆ ਜਿਹੜੀ ਕਿ ਸਾਊਥ ਦੇ ਵਿੱਚ ਸਟੇਟਡ ਆ? ਪੰਜਾਬ GK ਦੇ ਵਿੱਚ ਪੰਜਾਬ ਦਾ ਭੂਗੋਲ ਜਾ ਕੇ 1 ਨੰਬਰ ਕਲਾਸ ਦੇਖੋ, ਮੇਰਾ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਇਹ ਕਰਵਾਇਆ ਹੋਇਆ। ਦੇਖੋ ਜੀ, ਹਿਮਾਚਲ ਪ੍ਰਦੇਸ਼, ਰਾਜਸਥਾਨ, ਹਰਿਆਣਾ ਜਾਂ ਜੰਮੂ ਕਸ਼ਮੀਰ? ਦੱਸੋ ਸਾਊਥ ਦੇ ਵਿੱਚ ਕੀ ਲੋਕੇਟਡ ਆਪਣਾ? ਹਰਿਆਣਾ ਲੋਕੇਟਡ ਆ। ਜੇਕਰ ਆਪਾਂ ਨੂੰ ਕੁਐਸਚਨ ਦੇ ਵਿੱਚ ਆਵੇ, ਹਾਂਜੀ ਆਪਣਾ ਜੰਮੂ ਕਸ਼ਮੀਰ ਕਿੱਥੇ ਲੋਕੇਟਡ ਆ? ਨਾਰਥ ਦੇ ਵਿੱਚ, ਠੀਕ ਆ, ਉੱਤਰ ਦੇ ਵਿੱਚ ਲੋਕੇਟਡ ਆ। ਜੇਕਰ ਆਪਾਂ ਨੂੰ ਪੁੱਛਿਆ ਜਾਵੇ ਕਿ ਰਾਜਸਥਾਨ, ਕਿਉਂਕਿ ਇਹ ਮੈਂ ਤੁਹਾਨੂੰ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਕਰਵਾਇਆ ਹੋਇਆ, ਇਸ ਤਰ੍ਹਾਂ ਨਹੀਂ ਕਿ ਘੱਟ ਕਰਵਾਇਆ ਹੋਇਆ ਜਾਂ ਵੱਧ ਕਰਵਾਇਆ ਹੋਇਆ ਵਾ, ਠੀਕ ਆ। ਸੋ ਅਗਰ ਆਪਾਂ ਨੂੰ ਰਾਜਸਥਾਨ ਪੁੱਛੇ ਤਾਂ ਇਹ ਆ ਗਏ ਜੀ ਆਪਣੀ ਸਾਊਥ ਵੈਸਟ ਦੇ ਵਿੱਚ ਸਾਡੇ ਰਾਜਸਥਾਨ ਲੋਕੇਟਡ ਆ, ਠੀਕ ਆ ਜੀ। ਸੋ ਇਹੀ ਕੁਐਸਚਨ ਬਾਰ-ਬਾਰ ਤੁਹਾਨੂੰ ਇਹੀ ਕੁਐਸਚਨ ਘੁਮਾ ਫਰਾ ਕੇ ਪੁੱਛਣਗੇ, ਠੀਕ ਆ। ਹਿਮਾਚਲ ਪ੍ਰਦੇਸ਼ ਪੁੱਛ ਲੈਣਗੇ ਕਿੱਥੇ ਲੋਕੇਟਡ ਆ? ਨਾਰਥ ਈਸਟ ਦੇ ਵਿੱਚ ਆਪਣਾ ਹਿਮਾਚਲ ਪ੍ਰਦੇਸ਼ ਆ।
ਪਾਕਿਸਤਾਨ ਪੁੱਛ ਲੈਣਗੇ ਕਿ ਪਾਕਿਸਤਾਨ ਪੰਜਾਬ ਦੇ ਕਿੱਥੇ ਲੋਕੇਟਡ ਆ। ਜੇ ਪਾਕਿਸਤਾਨ ਸਾਡਾ ਹੈਗਾ ਜੀ ਵੈਸਟ ਦੇ ਵਿੱਚ, ਹਾਂਜੀ ਵੈਸਟ ਦੇ ਵਿੱਚ ਪਾਕਿਸਤਾਨ ਲੋਕੇਟਡ ਆ। ਇੱਕ ਹੋਰ ਕੁਐਸਚਨ ਬਣਦਾ ਕਿ ਪੰਜਾਬ ਭਾਰਤ ਦੇ ਕਿਹੜੇ ਹਿੱਸੇ 'ਚ ਸਥਿਤ ਆ। ਸਾਰੀ ਆਪਣੀ ਪੰਜਾਬ ਜੀਕੇ ਦੀ 1 ਨੰਬਰ ਕਲਾਸ ਦੇ ਵਿੱਚ ਦੇਖੋ ਜਾ ਕੇ, ਨਾਰਥ ਵੈਸਟਰਨ ਪਾਰਟ ਦੇ ਵਿੱਚ ਸਿਚੁਏਟਡ ਆਪਣਾ ਪੰਜਾਬ ਭਾਰਤ ਦੇ। ਠੀਕ ਹੈ ਜੀ, ਨੈਕਸਟ ਪਾਰਟ 107 ਨੰਬਰ ਤੇ ਆ ਗਈ ਜੀ। ਹੁਣ ਆਪਾਂ ਆ ਵੀ ਤੁਹਾਨੂੰ ਮੈਂ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ, ਇਹ ਤਾਂ ਕਿਸੇ ਦਾ ਗਲਤ ਹੋਣਾ ਹੀ ਨਹੀਂ ਚਾਹੀਦਾ। ਇਸ ਤੋਂ ਸੌਖਾ ਕੁਐਸਚਨ ਤਾਂ ਆ ਹੀ ਨਹੀਂ ਸਕਦਾ। ਸਭ ਤੋਂ ਸੌਖਾ ਕੁਐਸਚਨ ਆ ਇਹਨਾਂ 'ਚੋਂ ਕਿਹੜੀ ਧਾਰਾ ਕੇਂਦਰ ਸਰਕਾਰ ਨੂੰ ਕੌਮੀ ਸੁਰੱਖਿਆ ਮਤਲਬ ਕਿ ਕਿਹੜੀ ਨੈਸ਼ਨਲ ਸਿਕਿਉਰਿਟੀ ਦੇ ਨਾਲ ਰਿਲੇਟਡ ਮਾਮਲਿਆਂ ਵਿੱਚ ਰਾਜ ਸੰਭਾਲਣ ਦੀ ਸ਼ਕਤੀ ਦਿੰਦੀ ਆ ਜੀ। 61 ਤੋਂ 70, 52, 352 ਤੋਂ 51, 300 ਤੋਂ 311 ਜਾਂ 352 ਤੋਂ 360। ਬਹੁਤ ਇੰਪੋਰਟੈਂਟ ਪਰ ਸਭ ਤੋਂ ਸੌਖਾ ਕੁਐਸਚਨ ਆ ਜੀ ਇਹ। ਦੇਖੋ ਜੀ 352 ਤੋਂ ਲੈ ਕੇ 56 ਤੱਕ ਇਹ ਚੀਜ਼ਾਂ ਮੈਂਸ਼ਨ ਹੈ। 352 ਨੰਬਰ ਆਰਟੀਕਲ, 3 ਆਰਟੀਕਲ ਚੰਗੀ ਤਰ੍ਹਾਂ ਕਰ ਲਓ। ਵੈਸੇ ਇਹਦੇ ਵਿਚਾਲੇ ਹੋਰ ਵੀ ਨੇ, ਜ਼ਿਆਦਾਤਰ ਇਹਦੇ ਆਰਟੀਕਲ ਕੀ ਪੁੱਛਣਗੇ, 352 ਨੰਬਰ ਆਰਟੀਕਲ ਆ। ਇਹਦੇ ਵਿੱਚ ਪੁੱਛਦੇ ਨੇ ਆਪਣੀ ਨੈਸ਼ਨਲ ਐਮਰਜੈਂਸੀ ਲੱਗਦੀ ਹੁੰਦੀ ਹੈ, ਇਹਦੇ ਵਿੱਚ ਦਰਜ ਆ। 356 ਨੰਬਰ ਜਿਹੜੇ ਹੁੰਦਾ ਪ੍ਰੈਜ਼ੀਡੈਂਟ ਰੂਲ ਆਪਾਂ ਕਹਿੰਦੇ ਆ, ਜਿਹਨੂੰ ਕਿ ਆਪਾਂ ਸਟੇਟ ਐਮਰਜੈਂਸੀ ਵੀ ਕਹਿ ਦਿੰਦੇ ਆ। ਪ੍ਰੈਜ਼ੀਡੈਂਟ ਰੂਲ ਜਾਂ ਸਟੇਟ ਐਮਰਜੈਂਸੀ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ। 360 ਨੰਬਰ ਆਰਟੀਕਲ ਆਪਣਾ ਕਿਹੜਾ ਵਾ, ਫਾਈਨੈਂਸ਼ੀਅਲ ਐਮਰਜੈਂਸੀ ਦਾ। ਬਸ ਇਹੀ ਚੀਜ਼ਾਂ ਨੇ। ਸੋ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਦਾ ਕਲਾਸੀਫਿਕੇਸ਼ਨ ਆਫ ਦਾ ਬਿੱਲ ਇੰਟਰੋਡਿਊਸ ਇਨ ਪਾਰਲੀਮੈਂਟ ਦੇ ਵਿੱਚ ਮਤਲਬ ਪੇਸ਼ ਕੀਤੇ ਗਏ ਬਿੱਲਾਂ ਦਾ ਵਰਗੀਕਰਨ ਨਹੀਂ ਹੈ। ਬਹੁਤ ਸੌਖਾ ਕੁਐਸਚਨ ਹੈ, ਇਹ ਤਾਂ ਤੁਹਾਡਾ ਆਰਾਮ ਨਾਲ ਹੀ ਨਿਕਲ ਰਿਹਾ। ਸੋ 3 ਸਹੀ ਨੇ, 1 ਗਲਤ ਆ। ਦੱਸੋ ਜੀ, ਮਨੀ ਬਿੱਲ ਆ, ਆਰਡੀਨੈਂਸ ਰਿਪਲੇਸਿੰਗ ਬਿੱਲ ਆ, ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਆ ਜਾਂ ਖਾਸ ਬਿੱਲ ਆ ਨਹੀਂਗਾ ਜੀ। ਆ 3 ਬਿੱਲ ਆਪਣੇ ਪਾਰਲੀਮੈਂਟ ਦੇ ਵਿੱਚ ਇੰਟਰੋਡਿਊਸ ਹੁੰਦੇ ਨੇ। ਠੀਕ ਹੈ ਜੀ, ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ। ਪਾਰਲੀਮੈਂਟ ਦਾ ਟੌਪਿਕ ਤੁਸੀਂ ਜਾ ਕੇ ਜਦੋਂ ਦੇਖੋਗੇ ਨਾ ਆਪਣਾ, ਤਾਂ ਤੁਸੀਂ ਦੇਖੋਗੇ ਬਹੁਤ ਚੰਗੀ ਤਰ੍ਹਾਂ ਤੁਹਾਡਾ ਹੋਏਗਾ। ਇਹਨਾਂ ਦੇ ਵਿੱਚ ਦੱਸੋ ਜੀ ਖਰੀਫ ਕ੍ਰੌਪ ਕਿਹੜੀ ਨਹੀਂ। ਖਰੀਫ ਕੀ ਹੁੰਦਾ ਜੀ, ਖਰੀਫ ਹੁੰਦਾ ਜੀ ਸੌਣੀ ਦੀ ਫਸਲ, ਰਬੀ ਹੁੰਦਾ ਵਾ ਹਾੜੀ ਦੀ ਫਸਲ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਵੈਸੇ ਤਾਂ। ਠੀਕ ਹੈ ਜੀ, ਕੌਰਨ, ਮਿਲਟ, ਰਾਈਸ ਜਾਂ ਮਸਟਰਡ ਨਹੀਂ ਪੁੱਛਿਆ। ਇਹਨਾਂ ਦਾ ਤਿੰਨ ਆਪਣੀਆਂ ਸੌਣੀ ਦੀਆਂ ਫਸਲਾਂ ਹੈਗੀਆਂ, ਇੱਕ ਹੈ ਨਹੀਂ ਗੀ। ਠੀਕ ਹੈ ਜੀ, ਸੋ ਇਹ ਵੀ ਸਹੀ ਆ ਜੀ, ਇਹ ਵੀ ਸਹੀ ਆ ਜੀ, ਇਹ ਵੀ ਸਹੀ ਆ। ਜਿਹੜੀ ਮਸਟਰਡ ਹੋ ਗਈ ਜਾਂ ਕਣਕ ਹੋ ਗਈ, ਅਗਰ ਆਪਾਂ ਗੱਲ ਕਰੀਏ ਤਾਂ ਵੀਟ, ਕਣਕ ਹੋ ਗਈ। ਠੀਕ ਆ, ਇਹ ਆਪਣੀਆਂ ਰਬੀ ਦੀਆਂ ਫਸਲਾਂ ਨੇ। ਠੀਕ ਹੈ ਜੀ, ਸੋ ਇਹ ਆਪਣੀ ਖਰੀਫ ਦੀ ਫਸਲ ਮਤਲਬ ਸੌਣੀ ਦੀ ਫਸਲ ਨਹੀਂ ਗੀ। ਨੈਕਸਟ ਕਰਦੇ ਹਾਂ ਜੀ ਆਪਾਂ ਵਾਈਸ ਪ੍ਰੈਜ਼ੀਡੈਂਟ। ਦੇਖੋ ਜੀ ਆਹ ਕੁਐਸਚਨ ਮੈਂ ਤੁਹਾਨੂੰ ਉੱਪਰ ਹੀ ਕਰਵਾ ਚੁੱਕਿਆ ਕਿ ਇੰਨੇ ਨੰਬਰ ਆਰਟੀਕਲ ਦੇ ਵਿੱਚ ਇਹ ਚੀਜ਼ ਹੁੰਦੀ ਆ। ਵਾਈਸ ਪ੍ਰੈਜ਼ੀਡੈਂਟ ਇਜ਼ ਦਾ ਐਕਸ ਅਫੀਸ਼ੀਓ ਚੇਅਰਮੈਨ ਆਫ। ਬਹੁਤ ਜ਼ਿਆਦਾ ਫੇਵਰਟ ਕੁਐਸਚਨ ਆ ਐਗਜ਼ਾਮੀਨਰ ਦਾ, ਬਾਰ-ਬਾਰ ਰਿਪੀਟ ਕਰਦਾ ਵਾ। ਠੀਕ ਆ, ਬੱਚੇ ਫਿਰ ਵੀ ਇਹ ਗਲਤ ਲਾ ਕੇ ਆਉਂਦੇ ਨੇ, ਕਿਉਂਕਿ ਜੇਕਰ ਤੁਸੀਂ ਉਹਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਿਆ ਹੋਇਆ, ਸਿਰਫ ਰੱਟਾਫਿਕੇਸ਼ਨ ਲਾਈ ਹੋਇਆ, ਰੱਟੇ ਲਾਏ ਹੋਏ ਨੇ, ਫਿਰ ਤੁਹਾਡਾ ਸਮਟਾਈਮ ਇਹ ਚੀਜ਼ਾਂ ਯਾਦ ਕਰਨੀਆਂ ਥੋੜ੍ਹੀਆਂ ਔਖਾ ਹੋ ਜਾਣਗੀਆਂ। ਜੇਕਰ ਆਪਾਂ ਚੰਗੀ ਤਰ੍ਹਾਂ ਪੜ੍ਹਿਆ ਹੋਇਆ, ਪੂਰਾ ਡਿਟੇਲ ਦੇ ਵਿੱਚ ਟੌਪਿਕ ਵਾਈਜ਼ ਕੀਤਾ ਹੋਇਆ, ਫਿਰ ਤੁਹਾਡੇ ਲਈ ਵੀ ਇਹ ਚੀਜ਼ ਕੁਝ ਵੀ ਨਹੀਂ ਹੋਏਗੀ। ਠੀਕ ਆ, ਸਭ ਤੋਂ ਸੌਖਾ ਕੁਐਸਚਨ ਹੈ। ਰਾਜ ਸਭਾ, ਲੋਕ ਸਭਾ, ਨੈਸ਼ਨਲ ਡਿਵੈਲਪਮੈਂਟ ਕੌਂਸਲ ਜਾਂ ਨੀਤੀ ਆਯੋਗ। ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਜੀ ਰਾਜ ਸਭਾ ਦਾ ਐਕਸ ਅਫੀਸ਼ੀਓ ਚੇਅਰਮੈਨ ਹੁੰਦਾ। ਆਰਟੀਕਲ 64 ਦੇ ਵਿੱਚ ਇਹ ਚੀਜ਼ ਦਰਜ ਆ। ਨੈਕਸਟ ਕਰਦੇ ਹਾਂ। ਰਾਈਟ ਟੂ ਰਿਲੀਜੀਅਸ ਫਰੀडम ਇਜ਼ ਕੰਟੇਨਡ ਇਨ ਦਾ ਆਰਟੀਕਲਸ ਆਫ 25 ਤੋਂ 28, 29, 30, 31, 35 ਜਾਂ 36, 51। ਸਭ ਤੋਂ ਸੌਖਾ ਕੁਐਸਚਨ ਦੇਖੋ ਜੀ। ਸੋ ਅਗਰ ਤੁਸੀਂ ਪੜ੍ਹੇ ਹੋਏ ਨੇ ਨਾ, ਜਿਹੜੀਆਂ ਚੀਜ਼ਾਂ ਤੁਸੀਂ ਪੜ੍ਹੀਆਂ ਹੋਈਆਂ ਨੇ ਉਹ ਤੁਹਾਨੂੰ ਦੇਖ ਕੇ, ਇਹ ਮੈਂ ਨਹੀਂ ਕਹਿ ਰਿਹਾ ਕਿ ਸੌਖਾ ਕੁਐਸਚਨ ਆ। ਜੇਕਰ ਤੁਸੀਂ ਇਹ ਚੀਜ਼ਾਂ ਆਪਣੀਆਂ ਪੜ੍ਹੀਆਂ ਹੋਈਆਂ ਨੇ, PDF ਰਿਵਾਈਜ਼ ਕੀਤੀ ਹੋਈ ਆ, MCQ ਮੇਰੇ ਲਗਾਏ ਹੋਏ ਨੇ ਜਿਹੜੇ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਕਰਵਾਏ ਹੋਏ ਨੇ, ਜਾਂ ਤੁਸੀਂ ਥਿਊਰੀ ਆਪਣੀ ਵੀਡੀਓ ਕਲਾਸ ਦੇਖਣੀ ਬਹੁਤ ਜ਼ਰੂਰੀ ਆ। ਜੇਕਰ ਤੁਸੀਂ ਪਹਿਲਾਂ ਵੀਡੀਓ ਕਲਾਸ ਦੇਖੀ ਹੋਊਗੀ, ਉਸ ਤੋਂ ਬਾਅਦ ਤੁਸੀਂ PDF ਪੜ੍ਹੋਗੇ ਨਾ, ਉਹ ਚੀਜ਼ ਤੁਹਾਨੂੰ ਜ਼ਿੰਦਗੀ ਭਰ ਨਹੀਂ ਭੁੱਲੇਗੀ। ਪਰ ਜੇ ਤੁਸੀਂ ਪਹਿਲਾਂ ਹੀ PDF ਪੜ੍ਹਦੇ ਹੋ, ਜਿੱਦਾਂ ਕਿ ਹੁਣ ਜ਼ਿਆਦਾਤਰ ਕੈਂਡੀਡੇਟ ਕਰਦੇ ਨੇ ਕਿ ਪਹਿਲਾਂ ਸਿੱਧਾ PDF ਪੜ੍ਹਨ ਲੱਗ ਜਾਂਦੇ ਨੇ, ਪਰ ਉਹ ਜਦੋਂ ਮੈਂ ਟੈਲੀਗ੍ਰਾਮ ਦੇ ਉੱਤੇ ਕੁਇਜ਼ ਪਾਉਣਾ, ਉਹ ਗਲਤ ਕਰ ਦਿੰਦੇ ਨੇ ਉਹ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਵੀਡੀਓ 'ਚ ਟਾਈਮ ਖਰਾਬ ਹੁੰਦਾ। ਪਰ ਤੁਸੀਂ ਇਹ ਚੀਜ਼ ਵੀ ਦੇਖੋ, ਜੇਕਰ ਤੁਸੀਂ ਵੀਡੀਓ ਦੇਖ ਰਹੇ ਹੋ ਪਹਿਲਾਂ ਤੇ ਉਸ ਤੋਂ ਬਾਅਦ MCQ ਲਗਾ ਰਹੇ ਹੋ ਜਾਂ PDF ਰਿਵਾਈਜ਼ ਕਰ ਰਹੇ ਹੋ, ਉਹ ਤੁਹਾਡੇ ਪੱਕੇ ਹੋ ਰਿਹਾ, ਉਹ ਤੁਹਾਨੂੰ ਕਦੇ ਵੀ ਨਹੀਂ ਭੁੱਲਣਗੇ। ਬਾਰ-ਬਾਰ ਤੁਹਾਨੂੰ ਭਟਕਣ ਦੀ ਲੋੜ ਨਹੀਂ ਪਏਗੀ। ਠੀਕ ਹੈ ਜੀ, ਸੋ ਜੇ ਪੜ੍ਹਨਾ ਤਾਂ ਚੰਗੀ ਤਰ੍ਹਾਂ ਪੜ੍ਹੋ, ਉਹਨੂੰ ਕੋਈ ਵੀ ਟੌਪਿਕ ਚੱਕ ਲਿਆ, ਉਹਨੂੰ ਚੰਗੀ ਤਰ੍ਹਾਂ ਪੜ੍ਹੋ, ਵਿੱਚ ਵਿਚਾਲੇ ਜਿਹੇ ਵਾਲਾ ਕੰਮ ਨਾ ਕਰੋ। ਠੀਕ ਹੈ ਜੀ, ਸੋ ਇਹ ਫੰਡਾਮੈਂਟਲ ਰਾਈਟਸ ਦੇ ਨਾਲ ਰਿਲੇਟਡ ਆਰਟੀਕਲ ਨੇ 25 ਤੋਂ 28 ਨੇ ਟੋਟਲ। ਅਗਰ ਆਪਾਂ ਗੱਲ ਕਰੀਏ ਫੰਡਾਮੈਂਟਲ ਰਾਈਟਸ, ਠੀਕ ਹੈ ਜੀ, ਇਹਦੀ ਇਹ ਆਪਸ਼ਨ ਸਹੀ ਆ। ਰਾਈਟ ਟੂ ਫਰੀडम ਰਿਲੀਜੀਅਸ ਫਰੀडम ਆਪਣੀ 25 ਤੋਂ 28 ਨੰਬਰ 'ਚ ਦਰਜ ਆ। ਇਹਦੇ ਬਾਰੇ ਫੰਡਾਮੈਂਟਲ ਰਾਈਟਸ ਦੀ ਕਲਾਸ ਆਪਣੀ ਜਾ ਕੇ ਦੇਖੋ, ਪਾਰਟ 3 ਦੇ ਵਿੱਚ ਦਰਜ ਆ ਇਹ ਆਰਟੀਕਲ। ਅਗਰ ਆਪਾਂ ਗੱਲ ਕਰੀਏ ਤਾਂ 12 ਤੋਂ 35 ਨੰਬਰ ਆਰਟੀਕਲ ਦੇ ਵਿੱਚ ਇਹ ਚੀਜ਼ਾਂ ਆਪਣੀਆਂ ਦਰਜ ਨੇ। ਠੀਕ ਹੈ ਜੀ, ਸੋ ਨੈਕਸਟ ਕਰਦੇ ਹਾਂ ਜੀ ਆਪਾਂ। ਇਹਨਾਂ ਦੇ ਵਿੱਚੋਂ ਕੌਣ ਆ ਜਿਹਨੂੰ ਕਿ ਅਪਾਇੰਟ ਕਰਦਾ ਐਡਵੋਕੇਟ ਜਨਰਲ। ਠੀਕ ਹੈ ਜੀ, ਇਹਨਾਂ ਦੇ ਵਿੱਚੋਂ ਐਡਵੋਕੇਟ ਜਨਰਲ ਨੂੰ ਕੌਣ ਨਿਯੁਕਤੀ ਕਰਦਾ ਵਾ। ਠੀਕ ਹੈ, ਐਡਵੋਕੇਟ ਜਨਰਲ ਦੀ ਰਾਜ ਦੀ ਹੋ ਰਹੀ ਆ ਚੀਫ ਮਿਨਿਸਟਰ, ਗਵਰਨਰ, ਪ੍ਰਾਈਮ ਮਿਨਿਸਟਰ ਜਾਂ ਹੋਮ ਮਿਨਿਸਟਰ। ਬਹੁਤ ਚੰਗੀ ਤਰ੍ਹਾਂ ਮੇਰਾ ਸਟੇਟ ਲੈਜਿਸਲੇਚਰ ਦੇ ਵਿੱਚ ਤੁਹਾਨੂੰ ਕਰਵਾਇਆ ਹੋਇਆ ਵਾ। ਠੀਕ ਹੈ ਜੀ, ਸੋ ਇਹਦਾ ਕਰੈਕਟ ਆਨਸਰ ਬਣਦਾ ਜੀ ਗਵਰਨਰ ਹੁੰਦਾ ਵਾ, ਜਿਹੜਾ ਕਿ ਐਡਵੋਕੇਟ ਜਨਰਲ ਆਫ ਦੀ ਸਟੇਟ ਦੀ ਨਿਯੁਕਤੀ ਕਰਦਾ ਵਾ। ਨੈਕਸਟ ਕਰਦੇ ਹਾਂ। ਇਹਨਾਂ ਦੇ ਵਿੱਚੋਂ ਕਿਹੜਾ ਵਾ ਜਿਹੜਾ ਕਿ ਪਾਰਟ ਨਹੀਂਗਾ ਸਟੇਟ ਗਵਰਨਮੈਂਟ ਸਟਰਕਚਰ ਦਾ, ਐਗਜ਼ੀਕਿਊਟਿਵ, ਜੁਡੀਸ਼ਰੀ, ਲੈਜਿਸਲੇਟਿਵ ਜਾਂ ਆਪਣਾ ਗਵਰਨਰ ਹਾਊਸ। ਬਿਲਕੁਲ ਸਹੀ ਜੀ, ਜੁਡੀਸ਼ਰੀ ਵੀ ਹੁੰਦੀ ਆ, ਐਗਜ਼ੀਕਿਊਟਿਵ ਤਾਂ ਹੁੰਦੀ ਆ, ਜੁਡੀਸ਼ਰੀ ਵੀ ਆਪਾਂ ਦੇਖਿਆ ਕਿ ਸਟੇਟ ਗਵਰਨਮੈਂਟ ਦਾ ਸਟਰਕਚਰ ਦੇ ਵਿੱਚ ਹੈਗਾ ਵਾ। ਲੈਜਿਸਲੇਟਿਵ ਵਿਧਾਨ ਸਭਾ ਤਾਂ ਹੈਗੀ ਆ। ਠੀਕ ਆ ਜੀ, ਪਰ ਆਹ ਆਪਣਾ ਜਿਹੜਾ ਅਗਰ ਆਪਾਂ ਗੱਲ ਕਰੀਏ ਗਵਰਨਰ ਦਾ ਹਾਊਸ, ਇਹ ਆਪਣੀ ਸਟੇਟ ਗਵਰਨਮੈਂਟ ਦੇ ਸਟਰਕਚਰ ਦੇ ਵਿੱਚ ਨਹੀਂ ਆਉਂਦਾ, ਗਵਰਨਰ ਦਾ ਹਾਊਸ। ਨੈਕਸਟ ਆਪਾਂ ਕਰਦੇ ਹਾਂ
ਆ ਦੇਖੋ ਜੀ, ਮੈਂ ਤੁਹਾਨੂੰ ਹੁਣੇ ਰੀਸੈਂਟਲੀ ਮੈਂ ਤੁਹਾਨੂੰ 2-3 ਵਾਰੀ ਇਹ ਮੈਂ ਕਰਵਾ ਚੁੱਕਿਆ। ਸਟੇਟ ਲੈਜਿਸਲੇਚਰ ਅਸੈਂਬਲੀ ਹੁਣੇ ਆਪਾਂ ਰੀਸੈਂਟਲੀ ਕਲਾਸ ਕੀਤੀ ਸੀ, ਉਹਦੇ 'ਚੋਂ ਸਿੱਧਾ ਕੁਐਸਚਨ ਬਣਿਆ ਹੋਇਆ ਡਾਇਰੈਕਟ। ਉਹ ਦੇਖੋ ਕਿੰਨਾ ਸੌਖਾ ਕੁਐਸਚਨ ਬਣਿਆ ਹੋਇਆ ਕਿ ਸਟੇਟ ਲੈਜਿਸਲੇਚਰ ਅਸੈਂਬਲੀ ਦੀ ਮੈਕਸਿਮਮ ਤੇ ਮਿਨੀਮਮ ਮੈਂਬਰਾਂ ਦੀ ਕਿੰਨੀ ਕਪੈਸਿਟੀ ਆ, ਠੀਕ ਹੈ, ਕਿੰਨੀ ਕਪੈਸਿਟੀ ਇਹ ਰੱਖ ਸਕਦੇ ਆ। ਪਰ ਥੋੜ੍ਹੀਆਂ ਐਕਸਪੈਸ਼ਨ ਹੁੰਦੀਆਂ ਨੇ ਜਿਹਦੇ ਵਿੱਚ ਕਿ ਮਤਲਬ ਇਹਨਾਂ ਨੂੰ ਛੱਡ ਕੇ ਗੋਆ ਹੋ ਗਈ, ਸਿੱਕਮ ਹੋ ਗਿਆ, ਮਿਜ਼ੋਰਮ ਹੋ ਗਿਆ ਜਾਂ ਆਪਣਾ ਪੁਡੂਚੇਰੀ ਹੋ ਗਿਆ, ਇਹਨਾਂ ਨੂੰ ਛੱਡ ਕੇ ਇਹਨਾਂ ਦੇ ਵਿੱਚ ਘੱਟ ਵੱਧ ਹੋ ਸਕਦੀ ਨਾ, ਬਾਕੀ ਸਟੇਟਾਂ ਦੀ ਗੱਲ ਹੋ ਰਹੀ ਆ। ਮਤਲਬ ਇੱਕ ਜਰਨਲ ਟਰਮ ਰੱਖੀ ਹੋਈ ਆ ਉਹਨਾਂ ਨੇ। ਸੋ 600 ਵੱਧ ਤੋਂ ਵੱਧ 550 ਘੱਟ, 500 ਵੱਧ ਤੋਂ ਵੱਧ 70 ਘੱਟ, 500 ਵੱਧ ਤੋਂ ਵੱਧ ਘੱਟ ਤੋਂ ਘੱਟ 60, 600 ਵੱਧ ਤੋਂ ਵੱਧ ਜਾਂ 70 ਘੱਟ ਤੋਂ ਘੱਟ। ਦੱਸੋ ਜੀ, ਬਿਲਕੁਲ ਸਹੀ ਜੀ। ਆਪਣਾ ਵੱਧ ਤੋਂ ਵੱਧ 500 ਮੈਂਬਰ ਹੋ ਸਕਦੇ ਨੇ, ਠੀਕ ਹੈ, ਵੱਧ ਤੋਂ ਵੱਧ 500 ਮੈਂਬਰ ਹੋ ਸਕਦੇ ਨੇ, ਘੱਟ ਤੋਂ ਘੱਟ ਕਿੰਨੇ ਹੋ ਸਕਦੇ ਨੇ 60। ਬਹੁਤ ਸੌਖਾ ਕੁਐਸਚਨ ਆ, ਇਸ ਤੋਂ ਸੌਖਾ ਕੁਐਸਚਨ ਨਹੀਂ ਹੋ ਸਕਦਾ ਜੀ। ਵਿਚ ਆਫ ਦਾ ਫੋਲੋਇੰਗ ਦਾ ਬਿਗੇਸਟ ਗ੍ਰੇਨ ਮਾਰਕੀਟ, ਸਾਰਿਆਂ ਨੂੰ ਪਤਾ ਹੋਗਾ ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੱਸੋ ਜੀ ਕਿਹੜੀ ਕੌਣ? ਰਾਈਆ, ਖੰਨਾ, ਫਗਵਾੜਾ ਜਾਂ ਮੋਗਾ? ਖੰਨਾ ਮੰਡੀ। ਨੈਕਸਟ ਕਰਦੇ ਹਾਂ ਜੀ। ਸੋ ਜਿਹੜੀ ਐਕਸਪਲੇਨ ਕਰਨ ਵਾਲੀ ਹੁੰਦੀ ਆ ਨਾ, ਮੈਂ ਉਹੀ ਕਰਦਾ ਨਾ। ਬਾਕੀ ਜੇਕਰ ਤੁਹਾਡਾ ਕੋਈ ਵਨ ਲਾਈਨਰ ਆ, ਉਹਦੇ ਵਿੱਚ ਤਾਂ ਐਕਸਪਲੇਨ ਕਰਨ ਵਾਲਾ ਕੁਛ ਹੈ ਹੀ ਨਹੀਂਗਾ, ਠੀਕ ਆ। ਸੋ ਇਹਨਾਂ ਦੇ ਵਿੱਚੋਂ ਕੌਣ ਆ ਜਿਹੜਾ ਕਿ ਰਾਜਪਾਲ ਦੇ ਅਹੁਦੇ ਦੀਆਂ ਸ਼ਰਤਾਂ ਨੂੰ ਨਿਰਧਾਰਤ ਕਰਦਾ? ਗਵਰਨਰ ਦੇ ਆਫਿਸ ਨੂੰ, ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ, ਵਾਈਸ ਪ੍ਰੈਜ਼ੀਡੈਂਟ ਜਾਂ ਪ੍ਰੈਜ਼ੀਡੈਂਟ? ਸੋ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੀ ਹੋਏਗਾ। ਸੋ ਇਹ ਤਾਂ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਵੀ ਪਾਇਆ ਹੋਇਆ ਵਾ 2-3 ਵਾਰੀ। ਸੋ ਪ੍ਰੈਜ਼ੀਡੈਂਟ ਆ ਜਿਹੜਾ ਕਿ ਗਵਰਨਰ ਦੇ ਆਫਿਸ ਦੀ ਟਰਮ ਨੂੰ ਨਿਰਧਾਰਤ ਕਰਦਾ। ਫੇਮਸ ਐਪਿਕ ਜਿਹੜਾ ਹੀਰ ਰਾਂਝਾ ਕਿਹਨੇ ਕੰਪੋਜ਼ ਕੀਤਾ? ਠੀਕ ਆ ਜੀ, ਗਾਲਬ, ਵਾਰਿਸ ਸ਼ਾਹ, ਅਬਦੁਲ ਅਜ਼ਾਦ ਜਾਂ ਅਬਦੁਲ ਹਸਨ? ਇਹ ਵੀ ਮੇਰਾ ਤੁਹਾਨੂੰ ਪੰਜਾਬ ਦੇ ਸਾਹਿਤ ਦੇ ਵਿੱਚ ਜਾ ਕੇ ਕਲਾਸ ਦੇਖ ਲਓ ਆਪਣਾ, ਬਹੁਤ ਚੰਗੀ ਤਰ੍ਹਾਂ ਮੈਨੂੰ ਸਾਰੇ ਤੁਹਾਨੂੰ ਕਰਵਾਏ ਹੋਏ ਨੇ, ਠੀਕ ਆ। ਜਿਹੜੀ ਇਹ ਵਾਰਿਸ ਸ਼ਾਹ ਕਿਹਨੇ ਆਪਣਾ ਕੰਪੋਜ਼ ਕੀਤੀ ਸੀ? ਆਪਣੀ ਵਾਰਿਸ ਸ਼ਾਹ ਨੇ ਕੀਤੀ ਸੀ। ਹੀਰ ਰਾਂਝਾ ਕਿਹਨੇ ਕੰਪੋਜ਼ ਕੀਤੀ ਸੀ? ਵਾਰਿਸ ਸ਼ਾਹ ਨੇ। ਕਰਵਾਇਆ ਹੋਇਆ ਮੇਰਾ ਤੁਹਾਨੂੰ। ਇਹਨਾਂ ਦੇ ਵਿੱਚੋਂ ਕਿੰਨੇ ਐਂਗਲੋ ਇੰਡੀਅਨ ਨੂੰ ਨੋਮੀਨੇਟ ਕੀਤਾ ਜਾਂਦਾ ਵਾ ਰਾਸ਼ਟਰਪਤੀ ਵੱਲੋਂ? ਮਤਲਬ ਨੋਮੀਨੇਟ ਕੀਤਾ ਜਾਂਦਾ ਵਾ ਕਿੰਨੇ ਐਂਗਲੋ? 2, 3, 4, 5। ਵੈਸੇ ਤਾਂ ਇਹ ਹਟਾ ਚੁੱਕੇ ਨੇ, ਬਟ ਫਿਰ ਵੀ ਪੇਪਰ 'ਚ ਕੁਐਸਚਨ ਬਣ ਰਿਹਾ, ਸੋ ਕਰ ਲਓ ਤੁਸੀਂ, ਠੀਕ ਆ। ਸੋ 2 ਮੈਂਬਰ ਹੁੰਦੇ ਨੇ ਜਿਹੜੇ ਕਿ ਐਂਗਲੋ ਇੰਡੀਅਨ ਦੇ ਲੋਕ ਸਭਾ ਦੇ ਵਿੱਚ ਨੋਮੀਨੇਟ ਕੀਤੇ ਜਾਂਦੇ ਸੀਗੇ, ਠੀਕ ਆ ਜੀ। ਪ੍ਰੈਜ਼ੀਡੈਂਟ, ਭਾਰਤ ਦਾ ਰਾਸ਼ਟਰਪਤੀ ਆ, ਉਹ ਨੋਮੀਨੇਟ ਕਰਦਾ ਹੁੰਦਾ ਸੀਗਾ 2 ਮੈਂਬਰਾਂ ਨੂੰ ਲੋਕ ਸਭਾ ਦੇ ਵਿੱਚ, ਤੇ ਸਟੇਟ ਅਸੈਂਬਲੀ ਦੇ ਵਿੱਚ ਗਵਰਨਰ ਕਰਦਾ ਹੁੰਦਾ ਸੀ ਕਿੰਨੇ ਮੈਂਬਰ ਨੂੰ? 1 ਮੈਂਬਰ ਨੂੰ ਕਰਦਾ ਹੁੰਦਾ ਸੀ, ਠੀਕ ਆ। 2019 ਦੇ ਵਿੱਚ ਇਹ ਡਿਸਕੰਟੀਨਿਊ ਕਰਤੀ ਸੀ, ਬਟ ਪੇਪਰ 'ਚ ਕੁਐਸਚਨ ਆਈ ਜਾਂਦਾ। ਚਲੋ ਕੋਈ ਗੱਲ ਨਹੀਂ, ਕਾਪੀ ਪੇਸਟ ਮਾਰ ਰਹੇ ਆ ਸ਼ਾਇਦ ਇਹ। ਇਹਨਾਂ ਦੇ ਵਿੱਚ ਹੂ ਅਮੰਗ ਦਾ ਫੋਲੋਇੰਗ ਗੁਰੂਸ ਰੋਟ ਏ ਜਫਰਨਾਮਾ ਟੂ ਦਾ ਮੁਗਲ ਅੰਪਾਇਰ? ਜਫਰਨਾਮਾ ਕਿਹਨਾਂ ਨੇ ਲਿਖਿਆ ਜੀ? ਗੁਰੂ ਗੋਬਿੰਦ ਸਿੰਘ ਜੀ ਨੇ, ਗੁਰੂ ਹਰਗੋਬਿੰਦ ਸਿੰਘ ਜੀ ਨੇ, ਆਪਣਾ ਗੁਰੂ ਨਾਨਕ ਦੇਵ ਜੀ ਨੇ ਜਾਂ ਗੁਰੂ ਰਾਮਦਾਸ ਜੀ ਨੇ? ਦੱਸੋ ਜੀ। ਸੋ ਬਿਲਕੁਲ ਸਹੀ ਜੀ, ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ, ਆਪਣਾ ਕੀਤਾ ਹੋਇਆ ਪੰਜਾਬ ਜੀਕੇ ਦੀ ਕਲਾਸ 'ਚ। ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਸੀ। ਕਿਹਨੂੰ ਲਿਖਿਆ ਸੀ? ਮੁਗਲ ਬਾਦਸ਼ਾਹ ਕਿਹੜੇ ਨੂੰ? ਆਪਣੇ ਔਰੰਗਜ਼ੇਬ। ਵਿਚ ਆਰਟੀਕਲ ਪ੍ਰੋਵਾਈਡ ਦਾ ਸਪੈਸ਼ਲ ਸਟੇਟਸ ਦੇ ਰਿਹਾ ਨਾਗਾਲੈਂਡ ਨੂੰ? ਠੀਕ ਆ, 370, 371, 371 ਏ ਜਾਂ 370 ਏ? ਦੱਸੋ ਜੀ। ਸੋ ਸਹੀ ਬਣਦਾ ਜੀ 371 ਨੰਬਰ ਆਰਟੀਕਲ ਆ। ਇਸ ਤੋਂ ਪਹਿਲਾਂ ਇੱਕ ਹੋਰ ਸਟੇਟ ਨੂੰ ਸਪੈਸ਼ਲ ਸਟੇਟ ਦਾ ਦਰਜਾ ਦਿੱਤਾ ਜਾਂਦਾ ਸੀ 370 ਨੰਬਰ ਆਰਟੀਕਲ ਦੇ ਤਹਿਤ, ਜੰਮੂ ਐਂਡ ਕਸ਼ਮੀਰ ਨੂੰ, ਠੀਕ ਆ। ਫਿਲਹਾਲ ਤਾਂ ਜੰਮੂ ਐਂਡ ਕਸ਼ਮੀਰ ਦਾ ਇਹ ਅਬੋਲਿਸ਼ ਕਰਕੇ ਆਪਣਾ ਕੀ ਕਹਿੰਦੇ ਹੁੰਦੇ ਆ, ਆਪਣਾ ਯੂਟੀ ਬਣਾਤਾ ਹੋਇਆ ਵਾ, ਠੀਕ ਆ। ਨੈਕਸਟ ਹੁਣ ਆਪਣਾ ਇਹ ਹੋ ਗਿਆ ਹੋਇਆ ਜੀ, ਠੀਕ ਆ ਜੀ। ਸਾਰਾ ਆਪਾਂ ਬਹੁਤ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਕੀਤਾ ਵਾ। ਸੋ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ 27-28 ਕੁਐਸਚਨ ਦਾ ਸਿੱਧੇ ਡਾਇਰੈਕਟ ਮੇਰੇ ਤੁਹਾਨੂੰ ਕਰਵਾਏ ਹੋਇਆਂ ਚੋਂ ਆਏ ਨੇ। ਜਿਹੜੇ 40 ਦੇ ਵਿੱਚੋਂ 27-28 ਕੁਐਸਚਨ ਆਲਰੇਡੀ ਆ ਚੁੱਕੇ ਨੇ, ਜਿਹੜੇ ਮੈਂ ਆਲਰੇਡੀ ਸਿਲੇਬਸ ਕਰਵਾ ਚੁੱਕੇ ਹਾਂ, ਉਹਦੇ ਵਿੱਚੋਂ ਆਏ ਹੋਏ ਨੇ। ਸੋ ਬਾਕੀ ਤੁਹਾਡੀ ਆਪਣੀ ਇੱਛਾ ਵਾ ਕਿ ਤੁਸੀਂ ਕਿਸ ਤਰ੍ਹਾਂ ਪੜ੍ਹਨਾ। ਮੈਂ ਆਪਣੀਆਂ ਕਲਾਸਾਂ ਨੂੰ ਰੈਗੂਲਰ ਫੋਲੋ ਕਰਿਆ ਕਰੋ, ਪਹਿਲਾਂ ਵੀਡੀਓ ਦੇਖਿਆ ਕਰੋ, ਠੀਕ ਆ। ਟੌਪਿਕ ਵਾਈਜ਼ ਮੈਂ ਕਰਵਾ ਰਿਹਾ, ਬਹੁਤ ਮਿਹਨਤ ਨਾਲ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਦੋਨਾਂ ਦੇ ਵਿੱਚ ਮੈਂ ਕੰਟੈਂਟ ਤਿਆਰ ਕਰਕੇ ਤੁਹਾਨੂੰ ਪ੍ਰੋਵਾਈਡ ਕਰ ਰਿਹਾ, ਪੇਪਰ ਦੇ ਪੁਆਇੰਟ ਆਫ ਵਿਊ ਨਾਲ ਹੀ ਪ੍ਰੋਵਾਈਡ ਕਰ ਰਿਹਾ ਸਾਰਾ ਕੁਝ, ਠੀਕ ਹੈ ਜੀ। ਪਹਿਲਾਂ ਵੀਡੀਓ ਦੇਖਿਆ ਕਰੋ, ਫਿਰ ਤੁਸੀਂ ਕੁਇਜ਼ ਲਾਇਆ ਕਰੋ ਟੈਲੀਗ੍ਰਾਮ ਤੇ। ਮੈਂ ਉਸੇ ਸੇਮ ਟੌਪਿਕ ਦੇ MCQ ਕੁਇਜ਼ ਕਰਵਾਉਣਾ ਵਾ। ਉਸ ਤੋਂ ਬਾਅਦ ਤੁਹਾਨੂੰ PDF ਪ੍ਰੋਵਾਈਡ ਕਰਦਾ, PDF ਤੁਸੀਂ ਪੜ੍ਹ ਸਕਦੇ ਹੋ, ਜਿੰਨੀ ਵਾਰ ਮਰਜ਼ੀ ਰਿਵਾਈਜ਼ ਕਰੋ, ਠੀਕ ਹੈ ਜੀ। ਕੋਈ ਡਾਊਟ ਹੁੰਦਾ ਤਾਂ ਕਮੈਂਟ ਬਾਕਸ ਦੇ ਵਿੱਚ ਜਾਂ ਟੈਲੀਗ੍ਰਾਮ ID ਦੇ ਵਿੱਚ ਤੁਸੀਂ ਆਪਦਾ ਕੋਈ ਵੀ ਪੁੱਛ ਸਕਦੇ ਹੋ, ਠੀਕ ਹੈ ਜੀ। ਸੋ ਧੰਨਵਾਦ ਜੀ, ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ। ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ।